ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਾਂ ਪ੍ਰੋਗਰਾਮ ਮੇਰੀਆਂ ਯਾਦਾਂ ਲੈ ਕੇ ਮੈਂ ਹਾਜ਼ਰ ਹਾਂ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਮੇਰੇ ਸਾਥੀ ਕਵਲਜੀਤ ਸਿੰਘ ਸਿੱਧੂ ਤੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਗੈਸਟ ਨੇ ਬਲਕੀਤ ਸਿੰਘ ਪੇਸੀ। ਉਹਨਾਂ ਨਾਲ ਅਸੀਂ ਯਾਦਾਂ ਜਿਹੜੀਆਂ ਆ ਉਹਨਾਂ ਦੀਆਂ ਸਾਂਝੀਆਂ ਕਰਾਂਗੇ। 47 ਦੀਆਂ ਉਹ ਯਾਦਾਂ ਜਦੋਂ ਭਾਰਤ ਦੇ ਵਿੱਚੋਂ ਪਾਕਿਸਤਾਨ ਨਿਕਲਿਆ ਤੇ ਉਸ ਸਮੇਂ ਵੰਡ ਹੋਈ। ਜਦੋਂ ਵੰਡ ਹੋਈ ਤਾਂ ਉਸ ਸਮੇਂ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੂੰ ਉੱਧਰੋਂ ਇੱਧਰਲੇ ਪਾਸੇ ਆਉਣਾ ਪਿਆ ਭਾਰਤ ਵਾਲੇ, ਅਤੇ ਇੱਧਰੋਂ ਜਿਹੜੇ ਮੁਸਲਮਾਨ ਵੀਰ ਸੀ ਉਹਨਾਂ ਨੂੰ ਉੱਧਰ ਵੀ ਜਾਣਾ ਪਿਆ। ਸੋ ਉਹ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹਨਾਂ ਨਾਲ ਸਾਂਝੀਆਂ ਕਰਾਂਗੇ। ਸਰਦਾਰ ਬਲਕੀਤ ਸਿੰਘ ਪੇਸੀ ਜਿਹੜੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ, ਪਰ ਇੰਨੀ ਦਿਨੀ ਉਹ ਪੰਜਾਬ ਆਏ ਹੋਏ ਨੇ। ਸੋ ਅੱਜ ਦੀ ਮੁਲਾਕਾਤ ਸਾਡੀ ਉਹਨਾਂ ਨਾਲ ਹੀ ਰਹੇਗੀ। ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਪੇਸੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੇਸੀ ਸਾਹਿਬ, ਤੁਹਾਡਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਇਹ ਗੱਲ ਮੈਂ ਤੁਹਾਡੇ ਕੋਲੋਂ ਜਾਣਨੀ ਚਾਹੂੰਗਾ ਕਿ ਜਦੋਂ 47 ਸਨ ਦੇ ਵਿੱਚ ਵੰਡ ਹੋਈ ਤਾਂ ਕਿੰਨੀ ਕੁ ਉਮਰ ਸੀ ਉਦੋਂ ਤੁਹਾਡੀ? ਹਰਿੰਦਰ ਜੀ, ਮੇਰੀ ਉਮਰ ਉਸ ਵਕਤ 6-7 ਸਾਲ ਦੀ ਸੀਗੀ ਜੀ। ਅਤੇ ਅਸੀਂ ਉਸ ਵਕਤ ਬਰਾਲਾ ਬੰਗਲਾ, ਕਿਉਂਕਿ ਮੇਰੇ ਪਿਤਾ ਜੀ ਨਹਿਰੀ ਮਹਿਕਮੇ 'ਚ ਕੰਮ ਕਰਦੇ ਸੀਗੇ। ਬਰਾਲਾ ਬੰਗਲਾ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਤਾਇਨਾਤ ਸੀਗੇ ਅਤੇ ਉਹਨੂੰ ਝੋਕ ਦਿੱਤਾ, ਰੇਲਵੇ ਸਟੇਸ਼ਨ ਲੱਗਦਾ ਸੀਗਾ ਜੀ। ਅਤੇ ਉਸ ਵਕਤ ਮੈਂ ਬਚਪਨ ਮੇਰਾ ਉੱਥੇ ਕਾਫੀ ਗੁਜ਼ਰਿਆ ਜੀ ਅਤੇ ਬੜੀਆਂ ਯਾਦਾਂ ਉੱਥੋਂ ਦੀਆਂ ਵਾਬਸਤਾ ਨੇ ਜੀ। ਅਤੇ ਮੈਂ ਕਈ ਵਾਰੀ ਬੜੀਆਂ ਯਾਦ ਕਰਕੇ ਮਹਿਸੂਸ ਕਰਦਾ ਕਿ ਯਾਦ ਹੋਏਗਾ ਪਹਿਲਾਂ ਤੁਹਾਡੀ ਉਮਰ ਜਿਵੇਂ ਤੁਸੀਂ ਦੱਸਿਆ ਕਿ 6-7 ਸਾਲ ਦੀ ਸੀ ਉਦੋਂ। ਪਹਿਲਾਂ ਜਦੋਂ ਤੁਸੀਂ ਉੱਧਰ ਰਹਿੰਦੇ ਸੀ ਕਿਵੇਂ ਦੀ ਸਾਂਝ ਸੀਗੀ, ਆਪਸੀ ਭਾਈਚਾਰਾ ਕਿਵੇਂ ਦਾ ਸੀਗਾ? ਭਾਈਚਾਰਾ ਦੇਖੋ, ਬੰਗਲੇ ਦੇ ਵਿੱਚ ਰਹਿਣ ਵਾਲੀਆਂ ਹਸਤੀਆਂ ਤਾਂ ਥੋੜ੍ਹੀਆਂ ਜਿਹੀਆਂ ਸੀਗੀਆਂ ਜੀ, ਕਿਉਂਕਿ ਬੱਚੇ ਵੀ ਉਹਨਾਂ ਦੇ ਲਿਮਿਟਡ ਸੀਗੇ ਅਤੇ ਬੱਚਿਆਂ ਦੀ ਆਪਸ ਦੇ ਵਿੱਚ ਮੇਲ ਮਿਲਾਪ ਘੱਟ ਹੀ ਹੁੰਦਾ ਸੀਗਾ, ਕਿਉਂਕਿ ਉਸ 'ਚ ਜਿਹੜੀਆਂ ਸਾਡੀਆਂ ਸਿੱਖ ਫੈਮਲੀਜ਼ ਨੇ ਜਿਹੜੀਆਂ ਜੀ, ਅਤੇ ਉਹ ਦੂਜਾ ਮੁਹੰਮਡਨ ਫੈਮਲੀਜ਼ ਵੀ ਸੀਗੀਆਂ ਜੀ, ਅਤੇ ਉਹਨਾਂ ਦੇ ਬੱਚੇ ਘੱਟ ਸੀ। ਵੈਸੇ ਸਾਡੀ ਇੱਕ ਓਵਰਸੀਜ਼ ਸੀਗੇ, ਇੱਕ ਮੇਰੇ ਪਿਤਾ ਜੀ ਸੀਗੇ ਕੈਨਾਲ ਸਿਗਨੇਲਰ, ਅਤੇ 1-2 ਫੈਮਲੀਜ਼ ਹੋ ਸੀਗੀਆਂ। ਉੱਥੇ ਮੁਸਲਮਾਨ ਫੈਮਲੀਜ਼ ਘੱਟ ਸੀਗੀਆਂ ਜੀ। ਅਤੇ ਮੁਹੰਮਦ ਸ਼ਫੀ ਸਾਡੇ ਪਿਤਾ ਜੀ ਦਾ ਖਲਾਸੀ ਸੀ, ਜਿਹੜਾ ਕਿ ਡਾਕ ਹੈ ਜਿਹੜੀ ਇੱਧਰ ਉੱਧਰ ਲੈ ਕੇ ਜਾਂਦਾ ਸੀਗਾ, ਅਤੇ ਉਹਦੇ ਨਾਲ ਮੇਰਾ ਬੜਾ ਬਚਪਨ ਔਰ ਬੜਾ ਪਿਆਰ ਸੀਗਾ ਅਤੇ ਮੈਂ ਹਰਦਮ ਉਹਦੀ ਗੋਦੀ ਵਿੱਚ ਵੀ ਖੇਲਿਆ ਜੀ। ਅਤੇ ਉਹ ਮੈਨੂੰ ਉਹ ਮੁਹੰਮਦ ਸ਼ਫੀ ਨਾਲ ਬਿਤਾਇਆ ਜਿਹੜਾ ਟਾਈਮ ਹੈ ਬੜਾ ਯਾਦ ਆਉਂਦਾ ਹੈ ਜੀ। ਜਿਵੇਂ ਉਦੋਂ ਤੁਹਾਡੀ ਉਮਰ 6-7 ਸਾਲ ਦੀ ਸੀਗੀ, ਕਦੇ ਐਵੇਂ ਉਦੋਂ ਮਨ ਦੇ ਵਿੱਚ ਆਇਆ ਸੀ ਕਿ ਹੱਸਦਿਆਂ ਖੇਡਦਿਆਂ ਹੀ ਕਦੀ ਇੱਥੋਂ ਦੂਸਰੀ ਜਗ੍ਹਾ ਦੇ ਉੱਤੇ ਵੀ ਜਾਣਾ ਪੈ ਸਕਦਾ ਹੈ? ਕਦੀ ਨਹੀਂ ਜੀ, ਕਦੀ ਨਹੀਂ। ਇਹ ਸੋਚਿਆ ਵੀ ਨਹੀਂ ਸੀਗਾ, ਕਿਉਂਕਿ ਸਾਡੇ ਘਰ ਪਿਤਾ ਜੀ ਨੇ ਮੇਰੇ ਜਨਮ ਤੋਂ ਪਹਿਲਾਂ ਗ੍ਰਾਮੋਫੋਨ ਰੱਖੀ ਹੋਈ ਸੀ ਅਤੇ ਉਹ ਸਾਡਾ ਜਿਹੜਾ ਬੰਗਲਾ ਸੀਗਾ, ਬੰਗਲੇ ਦੇ ਸਾਹਮਣੇ ਬਹੁਤ ਵੱਡਾ ਇੱਕ ਪਲਾਟ ਸੀਗਾ ਅਤੇ ਪਲਾਟ ਦੀ ਇੱਕ ਸਾਈਡ ਦੇ ਉੱਤੇ ਇੱਕ ਪਿੱਪਲ ਦਾ ਬੜਾ ਵੱਡਾ, ਹੁਣ ਤਾਂ ਬਹੁਤ ਵੱਡਾ ਦਰਖਤ ਹੋਏਗਾ ਜੇ ਉਹ ਰਿਹਾ ਹੋਵੇ, ਅਤੇ ਪਰ ਉਸ ਵੇਲੇ ਉਸ ਦਰਖਤ ਦੇ ਸਾਹਮਣੇ ਪਲਾਟ ਦੇ ਵਿੱਚ ਬੈਠ ਕੇ ਸਾਰੇ ਬੰਗਲੇ ਦੇ ਜਿਹੜੇ ਰਹਿਣ ਵਾਲੇ ਸੀ ਉਹ ਮੰਜੇ ਡਾਹ ਕੇ ਬੈਠਦੇ ਅਤੇ ਉੱਥੇ ਅਸੀਂ ਗ੍ਰਾਮੋਫੋਨ ਲਾ ਕੇ ਸੁਣਦੇ ਸੀ। ਕਿ ਮੈਂ ਉਸ ਵਕਤ ਬੱਚਾ ਸੀਗਾ, ਮੈਨੂੰ ਉਹਦੀਆਂ ਯਾਦਾਂ ਨੇ ਜਿਹੜੀਆਂ ਉਹ, ਕਿਉਂਕਿ ਮੈਨੂੰ ਯਾਦ ਹੈ ਕਿ ਗਾਣੇ ਸ਼ਾਮ ਨੂੰ ਸੁਣਨੇ ਜਦੋਂ ਤਕਰੀਬਨ ਡੇਲੀ, ਪਹਿਲਾਂ ਛਿੜਕਾਅ ਕਰਨਾ ਉਸ ਪਲਾਟ ਦੇ ਵਿੱਚ, ਫਿਰ ਬੈਠ ਕੇ ਉਹ ਗਾਣੇ ਸੁਣਦੇ ਸੀਗੇ ਅਸੀਂ। ਜੀ ਜੀ। ਅਤੇ ਜਦੋਂ ਪੇਸੀ ਸਾਹਿਬ ਇਹ ਵੰਡ ਦਾ ਤੁਸੀਂ ਸੁਣਿਆ, ਉਹ ਕਿਹੋ ਜਿਹਾ ਮਾਹੌਲ ਲੱਗਿਆ ਔਰ ਕੀ ਘਟਨਾਕ੍ਰਮ ਹੋਇਆ ਸੀ, ਤੁਸੀਂ ਉਸ ਬਾਰੇ ਜ਼ਰੂਰ ਦੱਸੋ। ਉਸ ਵਕਤ ਦੇਖੋ, ਮੈਂ ਤਾਂ ਇੰਨੀ ਜ਼ਿਆਦਾ ਮੈਨੂੰ ਇਹਦੀ ਸੂਝ ਨਹੀਂ ਸੀ ਅਤੇ ਸੂਝ ਹੈ ਵੀ ਨਹੀਂ, ਕਿ ਆਉਣ ਵੀ ਨਹੀਂ ਦਿੱਤੀ, ਕਿਉਂਕਿ ਇਹਦਾ ਵੰਡ ਦਾ ਜਿਹੜਾ ਬੱਚੇ ਦੇ ਉੱਤੇ ਬੜਾ ਦਿਮਾਗ 'ਤੇ ਅਸਰ ਪੈ ਰਿਹਾ ਸੀਗਾ ਜੀ ਜੀ। ਅਤੇ ਆਸੇ ਪਾਸੇ ਉਹਦਾ ਖਬਰਾਂ ਸੁਣਦੀਆਂ ਸੀ ਅਤੇ ਪਿਤਾ ਜੀ ਵੀ ਕਈ ਵਾਰੀ ਡਿਸਕਸ ਕਰਦੇ ਵੀ ਹੁਣ ਕੀ ਬਣੇਗਾ। ਅਤੇ ਪਰ ਇੱਕ ਦਿਨ ਮੁਹੰਮਦ ਸ਼ਫੀ ਜਿਹੜੇ ਕਿ ਸਾਡੇ ਪਿਤਾ ਜੀ ਦੇ ਆਪਣੇ ਖਲਾਸੀ ਸੀਗੇ, ਅਤੇ ਉਹਨਾਂ ਨੇ ਆ ਕੇ ਦੱਸਿਆ ਕਿ ਬਾਊ ਜੀ ਇਹ ਜਿਹੜਾ ਢੋਲ ਵੱਜ ਰਿਹਾ ਅਤੇ ਇਹਦਾ ਤੁਹਾਨੂੰ ਪਤਾ ਵੀ ਕਿ ਢੋਲ ਕਿਉਂ ਵੱਜ ਰਿਹਾ? ਅਤੇ ਉਹ ਪਿਤਾ ਜੀ ਕਹਿੰਦੇ ਮੈਨੂੰ ਤਾਂ ਨਹੀਂ ਪਤਾ ਵੀ ਇਹ ਕਿਉਂ ਢੋਲ ਵੱਜ ਰਿਹਾ। ਅਤੇ ਉਹ ਕਹਿੰਦਾ ਵੀ ਇਹ ਢੋਲ ਵੱਜਣ ਦਾ ਸੰਕੇਤ ਹੈ ਕਿ ਅੱਜ ਹਮਲਾ ਜਿਹੜਾ ਤੁਹਾਡੇ ਫੈਮਲੀਜ਼ ਦੇ ਉੱਤੇ, ਜਿਹੜੀਆਂ ਸਿੱਖ ਫੈਮਲੀਜ਼ ਨੇ ਬੰਗਲੇ ਵਿੱਚ ਰਹਿ ਰਹੀਆਂ ਉਹਨਾਂ 'ਤੇ ਹੋਣਾ। ਇਹ ਮੁਹੰਮਦ ਸ਼ਫੀ ਨੇ ਦੱਸਿਆ ਸੀਗਾ। ਕਾਫੀ ਸਿੱਖ ਪਰਿਵਾਰ ਸੀ ਉੱਥੇ? ਉੱਥੇ ਨਹੀਂ, ਇੱਕ ਓਵਰਸੀਅਰ ਸਿੱਖ ਸੀਗਾ, ਇੱਕ ਸਾਡਾ ਪਰਿਵਾਰ ਸਿੱਖ ਸੀਗਾ
ਤੇ ਜੋ ਪੰਸਾਲ ਨਵੀਸ ਵਗੈਰਾ ਹੋਰ ਫੈਮਿਲੀਜ਼ ਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ, ਕਿਉਂਕਿ ਅਸੀਂ ਸਿੱਖ ਫੈਮਿਲੀਜ਼ ਦੋ ਹੀ ਹੋਣ ਕਰਕੇ ਨਾ, ਤੇ ਇੱਕ ਅੱਧੀ ਫੈਮਿਲੀ ਹੋਰ ਵੀ ਹੋ ਸਕਦੀ ਹੈ, ਕਿਉਂਕਿ ਸਾਡਾ ਜ਼ਿਆਦਾ ਲਗਾਓ ਓਵਰਸੀਅਰ ਸਾਹਿਬ ਨਾਲ ਹੀ ਸੀਗਾ, ਤੇ ਉਹਨਾਂ ਦੇ ਛੋਟੇ ਜਿਹੇ ਬੱਚੇ ਨਾਲ ਸੀ। ਮੈਂ ਥੋੜਾ ਵੱਡਾ ਸੀਗਾ ਉਹਦੇ ਨਾਲੋਂ, ਤੇ ਅਸੀਂ ਖੇਡਦੇ ਸੀਗੇ। ਤੇ ਫਿਰ ਇੱਧਰ ਕਿਸ ਤਰੀਕੇ ਨਾਲ ਕਿਸ ਚੀਜ਼ ਦੇ ਉੱਤੇ ਤੁਸੀਂ ਆਏ? ਲੋਕ ਬਹੁਤ ਗੱਡਿਆਂ ਤੇ ਚੜ੍ਹ ਕੇ ਆਏ, ਕੋਈ ਆਪਣੇ ਸਾਧਨ ਤੇ, ਕੋਈ ਪੈਦਲ ਆਏ, ਤੁਸੀਂ ਕਿਸ ਤਰੀਕੇ ਇੱਧਰ ਆਏ ਫਿਰ? ਇਹ ਮੁਹੰਮਦ ਸ਼ਫੀ ਨੇ ਜਦੋਂ ਪਿਤਾ ਜੀ ਨੂੰ ਦੱਸਿਆ ਨਾ ਕਿ ਅੱਜ ਅਟੈਕ ਤੁਹਾਡੇ ਤੇ ਹੋਣਾ ਹੈ, ਪਿਤਾ ਜੀ ਕਿ ਟੈਲੀਗ੍ਰਾਫ ਦੇ ਮਹਿਕਮੇ 'ਚ ਸੀਗੇ, ਉਹ ਜਾਨੀ ਇਰੀਗੇਸ਼ਨ ਟੈਲੀਗ੍ਰਾਫਿਕ ਮਹਿਕਮੇ ਦੇ ਵਿੱਚ ਸੀਗੇ ਉਹ, ਤੇ ਉਹਨਾਂ ਨੇ ਉੱਪਰ ਇਨਫੋਰਮ ਕੀਤਾ ਕਿ ਸਾਡੀ ਫੈਮਿਲੀਜ਼ ਨੂੰ ਖਤਰਾ ਹੈ। ਫਿਰ ਉਹਨਾਂ ਨੇ ਇੱਕ ਬੱਸ ਭੇਜੀ ਸੀ ਜਿਹਦੇ ਵਿੱਚ ਸਾਡੀਆਂ ਫੈਮਿਲੀਜ਼ ਲਿਮਟਿਡ ਜਿਹਾ ਸਮਾਨ ਲੈ ਕੇ, ਤੇ ਬਾਕੀ ਸਾਰਾ ਸਮਾਨ ਜਿਹੜਾ ਸੀ ਉਹ ਇੱਕ ਰੂਮ ਨੂੰ ਲੌਕ ਲਾ ਕੇ ਪਿਤਾ ਜੀ ਨੇ, ਈਵਨ ਜਿਹੜੇ ਮੱਝਾਂ ਵੀ ਸੀਗੀਆਂ, ਤੇ 2 ਮੱਝਾਂ ਸੀ ਮੇਰਾ ਖਿਆਲ ਹੈ ਸਾਡੀਆਂ ਉਸ ਵਕਤ ਦੁੱਧ ਦਿੰਦੀਆਂ, ਉਹ ਰੱਸਾ ਵੀ ਉਹ ਮੁਹੰਮਦ ਸ਼ਫੀ ਨੂੰ ਫੜਾਤਾ ਸੀ, ਤੇ ਚਾਬੀਆਂ ਵੀ ਦੇ ਆਏ ਸੀਗੇ ਉਸ ਨੂੰ ਕਿ ਵੀ ਜੇ ਤਾਂ ਸਾਡੀ ਜਿਹੜੀ ਅਨਾਉਂਸਮੈਂਟ ਹੋਈ ਉੱਥੇ, ਉਹ ਆਮ ਲੋਕਾਂ ਤੱਕ ਵੀ ਉਹੀ ਅਨਾਉਂਸਮੈਂਟ ਹੋਈ ਕਿ ਇੱਥੋਂ ਤੁਹਾਨੂੰ ਸ਼ਿਫਟ ਕਰਨਾ ਪੈਣਾ, ਦੂਸਰੀ ਜਗ੍ਹਾ ਤੁਸੀਂ ਜਾਣਾ ਪੈਣਾ, ਪਾਕਿਸਤਾਨ ਬਣ ਰਿਹਾ? ਇੱਕ ਬੜਾ ਹੈਰਾਨੀ ਵਾਲੀ ਗੱਲ ਉਹਨਾਂ ਵਾਸਤੇ ਹੋਊਗੀ ਕਿ ਕੀ ਹੋ ਗਿਆ ਇੱਕਦਮ? ਨਹੀਂ, ਇਹ ਚੀਜ਼ ਅਨਾਉਂਸਮੈਂਟ ਵਗੈਰਾ ਇਸ ਚੀਜ਼ ਦੀ ਪਹਿਲਾਂ ਹੀ ਆਪਸ 'ਚ ਗੱਲਬਾਤ ਚੱਲ ਰਹੀ ਸੀ ਕਿ ਪਾਕਿਸਤਾਨ ਬਣ ਸਕਦਾ ਵਾ, ਇਸ ਤਰ੍ਹਾਂ ਹੋ ਸਕਦਾ ਵਾ? ਨਹੀਂ, ਇਹ ਕੋਈ ਇਨਫੋਰਮੇਸ਼ਨ ਨਹੀਂ ਸੀ, ਕਿਉਂਕਿ ਖਬਰਾਂ ਜ਼ਰੂਰ ਹੁੰਦੀਆਂ ਵੀ ਕਿਸੇ ਥਾਂ ਦੇ ਉੱਤੇ ਕੋਈ ਰਾਇਟਸ ਹੋਏ ਨੇ ਜਾਂ ਕੋਈ, ਇਹ ਖਬਰ ਜ਼ਰੂਰ ਆਉਂਦੀ ਸੀ, ਪਰ ਸਾਡੇ ਤੱਕ ਕੋਈ ਇਹ ਇਨਫੋਰਮੇਸ਼ਨ ਨਹੀਂ ਸੀ ਪਹੁੰਚੀ। ਉਹ ਸਿਰਫ ਮੁਹੰਮਦ ਸ਼ਫੀ ਨੇ ਦੱਸਿਆ ਕਿ ਜਿਹੜੇ ਤੁਹਾਡੇ 'ਤੇ ਅੱਜ ਅਟੈਕ ਹੋਣਾ ਹੈ, ਢੋਲ ਵੱਜਣ ਦਾ ਸੰਕੇਤ ਇਹ ਹੈ ਕਿ ਤੁਹਾਡੇ 'ਤੇ ਅਟੈਕ ਹੋਣਾ ਹੈ। ਤੇ ਫਿਰ ਬੱਸ ਆਈ ਸੀ ਸ਼ਾਮ ਨੂੰ, ਤੇ ਸਾਡੀ ਫੈਮਿਲੀਜ਼ ਨੇ ਜਿਹੜੀਆਂ ਉਹ ਨਿਕਲ ਕੇ ਸਤਿਆਣੇ ਬੰਗਲੇ ਪਹੁੰਚੀਆਂ ਸੀ ਜੀ। ਉੱਥੇ ਅਸੀਂ ਰਾਤ ਰਹੇ, ਤੇ ਉੱਥੇ ਗੁਰਪੁਰਬ ਸੀ ਮੇਰਾ ਖਿਆਲ, ਗੁਰਦੁਆਰੇ ਇਕੱਠ ਹੋਇਆ। ਗੁਰਦੁਆਰੇ ਦੇ ਵਿੱਚ ਤੁਹਾਨੂੰ ਗੁਰਪੁਰਬ ਮਨਾਉਣ ਕਰਕੇ ਉਹਨਾਂ ਨੇ ਪਟਾਕੇ ਪਟੂਕੇ ਵਜਾਏ, ਉਹਦੇ 'ਤੇ ਉੱਥੇ ਰੌਲਾ ਪੈ ਗਿਆ ਸੀ ਜੀ। ਤੇ ਉੱਥੇ ਰੌਲਾ ਤੋਂ ਵੀ ਬਚਣ ਲਈ ਤੇ ਫਿਰ ਉੱਥੋਂ ਵੀ ਅਸੀਂ ਫਿਰ ਪਹੁੰਚੇ ਸੀਗੇ ਲਾਇਲਪੁਰ ਜੀ। ਉਹ ਸਫ਼ਰ ਕਿਵੇਂ ਦਾ ਰਿਹਾ? ਬੜਾ ਖੌਫ ਵਾਲਾ ਸਫ਼ਰ ਹੋਏਗਾ ਕਿਉਂਕਿ ਜਦੋਂ ਅਨਾਉਂਸਮੈਂਟ ਹੋ ਗਈ ਕਿ ਅਟੈਕ ਹੋਣਾ ਆ। ਹਾਂਜੀ, ਮੈਂ ਤੇ ਕਿਉਂਕਿ ਬੱਚੇ ਦੇ ਦਿਮਾਗ ਦੇ ਉੱਤੇ ਇਹ ਚੀਜ਼ ਅਸਰ ਘੱਟ ਕਰਦੀ ਹੈ ਨਾ, ਕਿਉਂਕਿ ਉਹਨੂੰ ਪਤਾ ਨਹੀਂ ਵੀ ਇਹਦਾ ਜਿਹੜਾ ਕਿਸ ਤਰੀਕੇ ਦਾ ਅਟੈਕ ਹੋਏ ਜਾਂ ਇਸ ਦਾ ਕੀ ਹਸ਼ਰ ਹੋਏਗਾ, ਉਹ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ। ਤੇ ਉਹ ਸਤਿਆਣੇ ਬੰਗਲੇ ਪਹੁੰਚ ਕੇ ਉੱਥੋਂ ਵੀ ਅਸੀਂ ਲਾਇਲਪੁਰ ਪਹੁੰਚੇ ਹਾਂ ਜਦੋਂ, ਤੇ ਪਹਿਲਾਂ ਪਿਤਾ ਜੀ ਤੇ ਉਹਨਾਂ ਦੇ ਸਿੱਖ ਫੈਮਿਲੀਜ਼ ਜਿਹੜੀਆਂ ਜਿਨ੍ਹਾਂ ਦੇ ਦਾੜੇ ਖੁੱਲ੍ਹੇ ਸੀਗੇ, ਉਹ ਇੱਕ ਵੱਖਰੀ ਬੱਸ 'ਚ ਪਹੁੰਚੇ ਲਾਇਲਪੁਰ, ਤੇ ਜਿਹੜੀਆਂ ਫੈਮਿਲੀਜ਼ ਸੀ ਉਹ ਵੱਖਰੀ ਬੱਸ 'ਚ ਗਈਆਂ। ਸਾਡੀ ਕਿਉਂਕਿ ਮੈਂ ਫੈਮਿਲੀ ਮੈਂਬਰ ਸੀ, ਫੈਮਿਲੀ ਮੈਂਬਰ ਹੋਣ ਕਰਕੇ ਅਸੀਂ ਜਿਹੜੀ ਉਦੋਂ ਪਿਛਲੀ ਬੱਸ ਦੇ ਵਿੱਚ ਗਏ ਸੀਗੇ ਜੀ। ਤੇ ਜਦੋਂ ਫਿਰ ਇੱਥੇ ਆਏ, ਪਹਿਲਾਂ ਕਿਹੜੇ ਸ਼ਹਿਰ ਆ ਕੇ ਰੁਕੇ, ਤੇ ਫਿਰ ਕਿਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚੋਂ ਤੁਹਾਨੂੰ ਲੰਘਣਾ ਪਿਆ? ਦੇਖੋ, ਜਦੋਂ ਸਤਿਆਣੇ ਬੰਗਲੇ ਤੋਂ ਅਸੀਂ ਲਾਇਲਪੁਰ ਜਾ ਰਹੇ ਸੀ, ਤਾਂ ਮੇਰਾ ਸਿਰ ਨੰਗਾ ਸੀਗਾ, ਸਿਰ 'ਤੇ ਮੇਰਾ ਜੂੜਾ ਕੀਤਾ ਹੋਇਆ ਸੀਗਾ, ਤੇ ਉਸ ਵਕਤ ਬੱਸ ਦਾ ਡਰਾਈਵਰ ਤੇ ਕੰਡਕਟਰ ਦੋਨੋਂ ਮੁਸਲਿਮ ਸੀਗੇ। ਦੋਨਾਂ ਨੇ ਮਤਲਬ ਬੱਸ ਨੂੰ ਸੜਕ ਦੇ ਕਿਨਾਰੇ 'ਤੇ ਉਤਾਰ ਲਿਆ। ਉਤਾਰ ਕੇ ਉਸਨੇ ਡਰਾਈਵਰ ਨੇ ਪੁੱਛਿਆ ਕਿ ਵੀ ਉਹ ਜਿਹੜਾ ਬੱਚਾ ਬੱਸ ਬਾਰੀ ਦੇ ਵਿੱਚ ਬੈਠਾ ਦੇਖ ਰਿਹਾ ਤੇ ਉਹ ਕਿਹਦਾ ਬੱਚਾ ਹੈ? ਤੇ ਉਹਨਾਂ ਮੇਰੇ ਮਾਤਾ ਜੀ ਨੇ, ਮੇਰੇ ਬੇਜੀ ਨੇ ਉਹਨਾਂ ਨੂੰ ਕਿਹਾ ਤੇ ਵੀ ਇਹ ਵੀ ਸਾਡਾ ਬੱਚਾ ਹੈ। ਤੇ ਉਹ ਕਹਿੰਦਾ ਵੀ ਇਹਨੂੰ ਤੁਸੀਂ, ਤੁਹਾਡਾ ਸਿਰ ਨਹੀਂ ਲੱਭੇਗਾ ਅੱਗੇ ਜਦੋਂ ਲੰਘੋਗੇ ਚੁੰਗੀ ਤੋਂ, ਤੇ ਇਸ ਦਾ ਤੁਸੀਂ ਜੂੜੇ ਖੋਲ੍ਹ ਕੇ ਇਸ ਦੀਆਂ ਗੁੱਤਾਂ ਕੀਤੀਆਂ ਜਾਣ। ਤੇ ਮੇਰੇ ਜੂੜੇ ਨੂੰ ਖੋਲ੍ਹ ਕੇ, ਕਿਉਂ ਮੇਰੇ ਬੇਜੀ ਦੇ ਹੱਥ ਵੀ ਕੰਬ ਰਹੇ ਸੀਗੇ ਉਸ ਵਕਤ ਡਰ ਦੇ ਨਾਲ, ਹਾਂ, ਤੇ ਉਹ ਮੇਰਾ ਜੂੜਾ ਖੋਲ੍ਹ ਕੇ ਉਹਨਾਂ ਨੇ ਗੁੱਤਾਂ ਕੀਤੀਆਂ। ਗੁੱਤਾਂ ਕਰਕੇ ਬੱਸ ਦੀ ਜਿਹੜੀ ਸੀਟ ਦੇ ਥੱਲੇ ਮੈਨੂੰ ਲੁਕੋ ਲਿਆ। ਉਸ ਵਕਤ ਜਿਹੜੀਆਂ ਬੱਸਾਂ ਸੀਗੀਆਂ ਉਹ ਸੀਟਾਂ ਲੰਬੇ ਟਾਈਪ ਦੀਆਂ ਸੀ, ਕਿਉਂਕਿ ਬੱਸ ਦੇ ਪੈਰਲਲ ਸੀਟਾਂ ਹੁੰਦੀਆਂ ਸੀਗੀਆਂ, ਤੇ ਸਵਾਰੀ ਆ ਜਿਹੜੀ ਇੱਕ ਬੱਸ
ਬਾਰੀ ਵੱਲ ਨੂੰ ਪਿੱਠ ਕਰਕੇ ਬੈਠਦੀ ਸੀ। ਉਹਦੇ ਸੈਂਟਰ ਦੇ ਵਿੱਚ ਵੀ ਇੱਕ ਲੰਬੀ ਰੋ ਹੁੰਦੀ ਸੀ ਜਿਹਦੇ ਉੱਤੇ ਆਮੋ ਸਾਹਮਣੀਆਂ ਸੀਟਾਂ ਹੁੰਦੀਆਂ ਸੀਗੀਆਂ। ਉਹਦੇ ਫਿਰ ਸੈਂਟਰਲ ਸੀਟ ਹੈ ਜਿਹੜੀ ਉਹ ਪਿੱਠਾਂ ਕਰਕੇ ਬੈਠਦੇ ਸੀਗੇ ਅਤੇ ਉਹਦੇ ਦੂਜੀ ਸਾਈਡ ਵਾਲੀ ਉਹ ਵੀ ਮੂੰਹ ਇੱਧਰ ਨੂੰ ਕਰਕੇ ਬੈਠਦੇ ਸੀ। ਉਹ ਲਾ ਰਹੀਆਂ ਸੀ ਉਸ ਜ਼ਮਾਨੇ ਉਹ ਹਾਂ ਉਹ ਟਾਈਪ ਦੀਆਂ ਸੀਗੀਆਂ। ਉਹ ਕਿਉਂਕਿ ਮੈਨੂੰ ਉਹਨਾਂ ਨੇ ਸੀਟ ਦੇ ਥੱਲੇ ਲੁਕੋ ਲਿਆ। ਲੁਕਾਉਣ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਰ ਨਹੀਂ ਉੱਥੇ ਦੇਖਣ ਦਿੱਤਾ ਵੀ ਉੱਥੇ ਅੱਗੇ ਕੀ ਨਜ਼ਾਰਾ ਨਾ ਮੈਨੂੰ ਪਤਾ। ਹਾਂਜੀ ਹਾਂਜੀ। ਉਸ ਫਿਰ ਅਸੀਂ ਲਾਇਲਪੁਰ ਪਹੁੰਚੇ। ਉੱਥੇ ਕੁਛ ਦਿਨ ਰਹੇ ਹਾਂ। ਜਿੰਨੀ ਦੇਰ ਉੱਥੇ ਰਹੇ ਹਾਂ ਮੇਰੀਆਂ ਗੁੱਤੀਆਂ ਹੀ ਕੀਤੀਆਂ ਹੋਈਆਂ ਹੁੰਦੀਆਂ ਸੀਗੀਆਂ। ਤੇ ਫਿਰ ਉਸ ਵੇਲੇ ਜਿਹੜਾ ਸੀਗਾ ਨਾਲ ਕੋਈ ਬੰਨਿਆ ਵੀ ਕੋਈ ਚੀਜ਼ ਸਮਾਨ ਵੀ ਲੈ ਕੇ ਆਏ ਜਾਂ ਫਿਰ ਖਾਣ ਪੀਣ ਦਾ ਕੀ ਉਸ ਟਾਈਮ ਰਿਹਾ ਵੀ ਕਿੱਥੋਂ ਪ੍ਰਾਪਤ ਕਰਦੇ ਰਹੇ? ਦੇਖੋ ਸਾਡੇ ਬੇਜੀ ਨੂੰ ਇਸ ਚੀਜ਼ ਦਾ ਸੰਕੇਤ ਹੋ ਚੁੱਕਿਆ ਸੀ ਪਹਿਲਾਂ ਹੀ ਕਿ ਕੁਛ ਹੋਣ ਵਾਲਾ ਹੈ। ਉਹਨਾਂ ਨੇ ਘਰ ਦੇ ਵਿੱਚ ਜੋ ਕਣਕ ਵਗੈਰਾ ਸੀ ਉਸ ਨੂੰ ਉਹ ਭੁੰਨ ਕੇ ਉਸ ਦੇ ਗੁੜ ਦੀ ਚਾਸ਼ਣੀ ਬਣਾ ਕੇ ਉਹਦੇ ਮਰੁੰਡੇ ਵਗੈਰਾ ਬਣਾ ਲਏ ਸੀਗੇ ਤਾਂ ਕਿ ਰਸਤੇ 'ਚ ਕਿਤੇ ਲੋੜ ਮੁਤਾਬਕ ਇਹਨਾਂ ਨੂੰ ਵਰਤਿਆ ਜਾ ਸਕੇ। ਅਤੇ ਉੱਥੋਂ ਅਸੀਂ ਫਿਰ ਮਿਲਟਰੀ ਦਾ ਟਰੱਕ ਦੇ ਵਿੱਚ ਆਏ ਹਾਂ। ਹਾਂਜੀ। ਅਤੇ ਜਦੋਂ ਫਿਰ ਇੱਧਰ ਤੁਸੀਂ ਆਏ ਉਹ ਕਿਹੜੇ ਸ਼ਹਿਰ ਦੇ ਵਿੱਚ ਪਹਿਲਾਂ ਤੁਹਾਡੀ ਆਮਦ ਹੋਈ? ਲਾਇਲਪੁਰ ਤੋਂ ਅਸੀਂ ਮਿਲਟਰੀ ਦੇ ਟਰੱਕ ਦੇ ਵਿੱਚ ਆਏ ਹਾਂ ਅੰਮ੍ਰਿਤਸਰ। ਹਾਂਜੀ ਹਾਂਜੀ। ਕੈਂਪ ਦੇ ਵਿੱਚ ਨਹੀਂ, ਹਾਂਜੀ ਕੈਂਪ ਨਹੀਂ ਸੀਗਾ ਉਸ ਵਕਤ ਕਿਉਂਕਿ ਉਸ ਵਕਤ ਤਾਂ ਉੱਥੇ ਮੈਨੂੰ ਪਤਾ ਵੀ ਪਹਿਲੀ ਵਾਰ ਮੈਂ ਬੱਚਾ ਸੀ ਛੋਟਾ। ਮੈਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ ਉੱਥੇ। ਅਤੇ ਉਸ ਤੋਂ ਪਹਿਲਾਂ ਜਦੋਂ ਜਿਹੜੀ ਟਰੱਕ ਦੇ ਵਿੱਚ ਅਸੀਂ ਆ ਰਹੇ ਸੀ ਅਤੇ ਉਹ ਮੈਨੂੰ ਤਾਂ ਉਸ ਵਕਤ ਪਤਾ ਨਹੀਂ ਸੀ ਕਿਉਂਕਿ ਅਸੀਂ ਪਿਛਲੇ ਪਾਸੇ ਬੈਠੇ ਸੀਗੇ ਟਰੱਕ ਦੇ। ਅਤੇ ਉਹ ਇੱਕ ਔਰਤ ਦੇ ਬੱਚਾ ਹੋਣ ਵਾਲਾ ਸੀ, ਡਿਲੀਵਰੀ ਹੋਈ ਉਹਦੇ ਟਰੱਕ ਦੇ ਵਿੱਚ ਆਉਂਦੇ ਅਤੇ ਮੈਨੂੰ ਉਹਨਾਂ ਨੇ ਉਤਾਰ ਕੇ ਅਤੇ ਡਰਾਈਵਰ ਦੇ ਕੋਲ ਅੱਗੇ ਭੇਜ ਦਿੱਤਾ ਕਿਉਂਕਿ ਜਿਹੜੀ ਮਿਲਟਰੀ ਟਰੱਕਾਂ ਦੀ ਬੋਡੀ ਹੈ ਮੈਨੂੰ ਤਾਂ ਪਤਾ ਨਹੀਂ ਸੀ ਵੀ ਇਹ ਮੈਟੈਲਿਕ ਹੁੰਦੀ ਹੈ। ਮੈਟੈਲਿਕ ਹੋਣ ਕਰਕੇ ਉਹ ਟਰੱਕ ਜਦੋਂ ਚੱਲਦਾ ਸੀ ਉਹ ਗਰਮ ਹੁੰਦਾ ਰਹਿੰਦਾ। ਉਹ ਜਿਹੜੀ ਜਿੱਥੇ ਮੈਂ ਖੜ੍ਹਾ ਸੀ ਉਹ ਗਰਮ ਹੋ ਗਈ ਬਹੁਤ। ਮੇਰੇ ਪੈਰ ਸੜਨ ਲੱਗੇ। ਡਰਾਈਵਰ ਗੋਰਖਾ ਸੀਗਾ। ਉਹਨੇ ਬੜਾ ਮੈਨੂੰ ਪਿਆਰ ਦੀਆਂ ਗੱਲਾਂ ਕੀਤੀਆਂ, ਬੜਾ ਮੈਨੂੰ ਪਿਆਰ ਨਾਲ ਸਮਝਾਇਆ ਕਿ ਆਪਾਂ ਹੁਣ ਅੱਗੇ ਜਾ ਰਹੇ ਹਾਂ ਅਤੇ ਪਰ ਉਹ ਸੜਕਾਂ ਸਾਫ਼ ਨਹੀਂ ਸੀਗੀਆਂ। ਰਸਤੇ ਦੇ ਵਿੱਚ ਬੜੀਆਂ ਖੌਫਨਾਕ ਦ੍ਰਿਸ਼ ਸੀ। ਇਹ ਝਾੜੀਆਂ ਚਿੱਛਰ ਜਿਨ੍ਹਾਂ ਦੇ ਵਿੱਚੋਂ ਲੰਘ ਕੇ ਟਰੱਕ ਆ ਰਹੇ ਸੀਗੇ। ਇੰਨੀਆਂ ਸੜਕਾਂ ਡਿਵੈਲਪਡ ਨਹੀਂ ਸੀਗੀਆਂ ਉਸ ਵੇਲੇ। ਜੰਗਲ ਬਹੁਤ ਸੀਗਾ। ਆਸੇ ਪਾਸੇ ਅੱਗਾਂ ਲੱਗੀਆਂ, ਕਤਲੇਆਮ ਦਾ ਇੱਕ ਦ੍ਰਿਸ਼ ਸਾਰੇ ਪਾਸੇ ਨਜ਼ਰ ਆ ਰਿਹਾ। ਉਹ ਲਾਸ਼ਾਂ ਪਈਆਂ ਕਿਤੇ ਕਿਤੇ ਨਜ਼ਰ ਆਉਂਦੀਆਂ ਸੀ ਪਰ ਕਈਆਂ ਦੀਆਂ ਝਾੜੀਆਂ ਦੇ ਉਹਲੇ ਵੀ ਜਿਹੜੀਆਂ ਲਾਸ਼ਾਂ ਦੀਆਂ ਕਿਉਂਕਿ ਉਹ ਮੈਨੂੰ ਤਾਂ ਦੇਖਣ ਨਹੀਂ ਰਹੇ ਕਿਉਂਕਿ ਜਿੱਥੇ ਕਿਤੇ ਟਰੱਕ ਥੋੜ੍ਹਾ ਬਹੁਤਾ ਰੁਕਦਾ ਸੀਗਾ ਜਾਂ ਕਾਨਵਾਈ ਜਿਹੜੀ ਜਾ ਰਹੀ ਇਕੱਲਾ ਟਰੱਕ ਨਹੀਂ ਸੀਗਾ ਨਾ, ਕਾਫੀ ਟਰੱਕ ਸੀਗੇ ਜਿਹਨਾਂ ਦੇ ਰੋ ਹੈ ਜਿਹੜੀ ਉਹ ਨਿਕਲਦੀ ਸੀਗੀ ਅਤੇ ਉਹ ਖੜ ਕੇ ਦੇਖਦੇ ਸੀ ਵੀ ਝਾੜੀਆਂ ਦੇ ਉਹਲੇ ਵੀ ਲਾਸ਼ਾਂ ਜਿਹੜੀਆਂ ਪਈਆਂ ਹੁੰਦੀਆਂ ਸੀਗੀਆਂ ਜਿਹੜੇ ਕਿ ਮੈਨੂੰ ਤਾਂ ਦੇਖਣ ਦਾ ਨਹੀਂ ਮੌਕਾ ਮਿਲਿਆ ਕਿ ਉਹ ਮੈਨੂੰ ਲੁਕੋ ਲੈਂਦੇ ਸੀ ਬੱਚਾ ਹੋਣ ਕਰਕੇ। ਹਾਂਜੀ ਹਾਂਜੀ। ਜਦੋਂ ਤੁਸੀਂ ਆ ਰਹੇ ਸੀਗੇ ਤਾਂ ਉਦੋਂ ਆਪਸ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਆ ਉਹ ਲੇਡੀਜ਼ ਜ਼ਰੂਰ ਕਰਦੀਆਂ ਹੋਣਗੀਆਂ, ਕੋਈ ਯਾਦ ਹੋਵੇ ਕਿ ਕੀ ਗੱਲਾਂ ਕਰਦੀਆਂ ਸੀ, ਕੀ ਹੋ ਗਿਆ, ਕਿੱਦਾਂ? ਨਹੀਂ, ਮੇਰੇ ਯਾਦ ਨਹੀਂ ਹੈ। ਅਤੇ ਬਾਅਦ ਦੇ ਵਿੱਚ ਸਾਡੇ ਬੇਜੀ ਜ਼ਰੂਰ ਗੱਲਾਂ ਸੁਣਾਉਂਦੇ ਹੁੰਦੇ ਸੀ ਵੀ ਆਪਸੀ ਕੋਈ ਲੋਕਾਂ ਦੇ ਵਿੱਚ ਆਪਸੀ ਕੋਈ ਵੈਰ ਭਾਵਨਾ ਨਹੀਂ ਸੀਗੀ, ਬੜਾ ਪਿਆਰ ਸੀਗਾ ਅਤੇ ਇੱਕ ਦੂਜੇ ਦੇ ਨਾਲ ਬੜਾ ਹਾਸਾ ਖੇਡ ਵੀ ਸੀ ਜਿਸ ਤਰ੍ਹਾਂ ਆਪਸ ਦੇ ਵਿੱਚ ਅਸੀਂ ਭੈਣ ਭਰਾ ਖੇਡਦੇ ਹਾਂ। ਇਹ ਹਿਸਾਬ ਕਿਤਾਬ ਦਾ ਮਾਹੌਲ ਸੀਗਾ ਉਸ ਵੇਲੇ ਜੀ। ਫਿਰ ਜਦੋਂ ਤੁਸੀਂ ਅੰਮ੍ਰਿਤਸਰ ਆਏ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਉਸ ਤੋਂ ਬਾਅਦ ਦੇ ਵਿੱਚ ਫਿਰ ਅੱਗੇ ਦਾ ਸਫ਼ਰ ਕਿਵੇਂ ਰਿਹਾ? ਪਤਾ ਸੀ ਕਿੱਥੇ ਜਾਣਾ, ਕਿੱਥੇ ਜਾ ਕੇ ਰੁਕਣਾ, ਕਿੱਥੇ ਟਿਕਾਣਾ ਹੈ? ਹਾਂ, ਸਾਡੀ ਰਿਸ਼ਤੇਦਾਰੀ ਸੀ ਜੀ ਸਾਹਨੇਵਾਲ ਦੇ ਨਜ਼ਦੀਕ ਹੀ ਸਾਡਾ ਗ੍ਰਾਮ ਪਿੰਡ ਸੀਗਾ ਅਤੇ ਅਸੀਂ ਪਹਿਲਾਂ ਸਾਹਨੇਵਾਲ ਪਹੁੰਚੇ ਸੀਗੇ ਜੀ। ਅਤੇ ਪਰ ਜਦੋਂ ਅਸੀਂ ਸਟੇਸ਼ਨ 'ਤੇ ਪਹੁੰਚੇ ਹਾਂ ਜਨਾਬ, ਉਹ ਦ੍ਰਿਸ਼ ਬੜਾ ਖੌਫਨਾਕ ਜਿਹੜਾ ਕਿ ਮੈਨੂੰ ਅੱਜ ਵੀ ਯਾਦ ਹੈ ਕਿ ਉਹ ਮੁਰਾਦਾਬਾਦੀ ਪੱਖੀ ਸ਼ਾਇਦ ਕਹਿੰਦੇ ਸੀਗੇ ਕਿ ਇੱਕ ਨੌਜਵਾਨ ਲੜਕੀ ਦੀ ਲਾਸ਼ ਜਿਹੜੀ ਕਿ ਮੈਨੂੰ ਅੱਜ ਵੀ ਉਹਦੀ ਯਾਦ ਹੈ ਕਿ ਉਹ ਇੱਕ ਗੱਡੀ ਦੇ ਡੱਬੇ ਦੇ ਵਿੱਚ ਪਈ ਸੀ। ਕਿਹੜੇ ਸਟੇਸ਼ਨ ਦਾ ਜ਼ਿਕਰ ਕਰ ਰਹੇ? ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ, ਅੰਮ੍ਰਿਤਸਰ ਸਟੇਸ਼ਨ ਦੇ ਉੱਤੇ। ਅਤੇ ਉਸ ਵਕਤ ਤਾਂ ਲੋਕੀ ਆਪਣੀਆਂ ਜਾਨਾਂ ਬਚਾ ਕੇ ਭੱਜ ਰਹੇ ਸੀਗੇ। ਉਹ ਗੋਡ ਨੋਜ਼ ਕਿ ਉਹ ਕੋਈ ਹਿੰਦੂ ਫੈਮਿਲੀ ਜਾਂ ਸਿੱਖ ਫੈਮਿਲੀ ਦੀ ਬੱਚੀ ਸੀ ਜਾਂ ਕਿ ਆਪਣੀ ਮੁਸਲਿਮ ਸੀਗੀ ਅਤੇ ਉਹ ਪੱਖੀ ਜ਼ਰੂਰ ਉਹਦੇ
ਸਿਰ ਦੇ ਥੱਲੇ ਰੱਖੀ ਹੋਈ ਸੀ ਅਤੇ ਬਾਂਹ ਸੀ ਜਿਵੇਂ ਸੁੱਤੀ ਪਈ ਹੋਵੇ, ਪਰ ਉਹ ਲਾਸ਼ ਸੀ। ਅਤੇ ਉਹ ਦੇਖੀਏ ਗੱਡੀਆਂ ਦੇ ਡੱਬਿਆਂ ਦੇ ਉੱਤੇ ਖੂਨ, ਹੋਰ ਬਹੁਤ ਕੁਛ ਦੇਖਣ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਮੈਂ ਉਹ ਦੇਖਿਆ। ਉਸ ਤੋਂ ਬਾਅਦ ਗੱਡੀ ਦੇ ਆਸ-ਪਾਸ ਲਮਕੇ ਹੋਏ ਪੈਸੇਂਜਰਸ ਨੇ, ਜਿਹੜੇ ਛੱਤਾਂ ਭਰੀਆਂ ਹੋਈਆਂ, ਜਿਵੇਂ ਕਿ ਆਮ ਆਪਾਂ ਤਸਵੀਰਾਂ ਦੇ ਵਿੱਚ ਹੁਣ ਦੇਖ ਰਹੇ ਹਾਂ, ਉਹ ਮੈਂ ਅੱਖੀਂ ਦੇਖੀਆਂ ਨੇ ਉਹ ਚੀਜ਼ਾਂ। ਇਹ ਕਤਲੇਆਮ ਜਿਹੜਾ ਹੈ ਤੁਹਾਡੇ ਮਾਤਾ ਪਿਤਾ ਨਾਲ ਬਾਅਦ ਦੇ ਵਿੱਚ ਵੀ ਜਦੋਂ ਤੁਹਾਨੂੰ ਗੱਲਾਂ ਸੁਣਾਉਂਦੇ ਹੋਣਗੇ, ਤਾਂ ਇਹ ਕਤਲੇਆਮ ਸ਼ੁਰੂ ਹੋਣ ਦਾ ਕਾਰਨ ਕੀ ਸੀ? ਕਿਉਂਕਿ ਇੱਧਰੋਂ ਜਿਹੜੇ ਮੁਸਲਿਮ ਸੀਗੇ ਉਹਨਾਂ ਨੇ ਉੱਧਰ ਚਲੇ ਜਾਣਾ ਸੀ, ਉੱਧਰੋਂ ਜਿਹੜੇ ਸਿੱਖ ਸੀ ਜਾਂ ਹਿੰਦੂ ਸੀ ਉਹਨਾਂ ਇੱਧਰ ਆ ਜਾਣਾ ਸੀ। ਫਿਰ ਕਤਲੇਆਮ ਸ਼ੁਰੂ ਕਿਵੇਂ ਹੋਇਆ ਕਿ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਾਂ ਕੁਝ ਸ਼ਰਾਰਤੀ ਲੋਕ ਸੀਗੇ ਜਿਨ੍ਹਾਂ ਨੇ ਲੁੱਟ ਦੇ ਨਜ਼ਰੀਏ ਦੇ ਨਾਲ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਕਤਲੋ ਗਾਰਤ ਦੇ ਵਿੱਚ ਬਦਲ ਗਿਆ ਸਾਰਾ ਕੁਝ? ਇਹਦੇ ਵਿੱਚ ਦੇਖੋ ਜੀ, ਮੈਨੂੰ ਉਸ ਵਕਤ ਤਾਂ ਨਹੀਂ ਇਲਮ ਹੋਇਆ, ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਜਿਸ ਵਕਤ ਮੁਆਹਦਾ ਹੋਇਆ ਪਾਰਟੀਸ਼ਨ ਦਾ, ਉਸ ਵਕਤ ਤਾਂ ਇਹਨਾਂ ਨੇ ਫੈਸਲਾ ਕੀਤਾ ਸੀ ਵੀ ਜਿਸ ਤਰੀਕੇ ਨਾਲ ਜੋ ਜਨਤਾ ਜਿੱਥੇ ਰਹਿ ਰਹੀ ਹੈ ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ, ਸ਼ਿਫਟਿੰਗ ਨਹੀਂ ਹੋਏਗੀ। ਪਰ ਇਹ ਸ਼ੁਰੂਆਤ ਹੈ ਜਿਹੜੀ ਇਹ ਉੱਧਰਲੇ ਪਾਸਿਓਂ ਹੋਈ ਹੈ, ਉੱਧਰੋਂ, ਤਾਂ ਕਿ ਲੋਕ ਡਰ ਕੇ ਇੱਥੋਂ ਭੱਜਣ ਅਤੇ ਉਹ ਸਾਡਾ ਜਿਹੜਾ ਇਹ ਟੋਟਲੀ ਮੁਲਕ ਹੈ ਜਿਹੜਾ ਮੁਹੰਮਡਨ ਬਣ ਜਾਵੇ। ਇਸ ਤਰੀਕੇ ਨਾਲ ਉਹਨਾਂ ਨੇ ਉੱਥੋਂ ਲੋਕਾਂ ਨੂੰ ਡਰਾ ਕੇ ਕਤਲੇਆਮ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਜਵਾਬ ਦੇ ਵਿੱਚ ਫਿਰ ਇੱਧਰਲੀ ਸਾਈਡ ਦੇ ਉੱਤੇ ਹੋਇਆ ਹੈ। ਅਸੀਂ ਤੁਹਾਡੀਆਂ ਯਾਦਾਂ ਦੇ ਸਫ਼ਰ ਦੇ ਨਾਲ ਨਾਲ ਰਵਾਂਗੇ। ਅਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਸਾਹਨੇਵਾਲ ਆਏ, ਉਸ ਤੋਂ ਅਗਲਾ ਸਫ਼ਰ ਫਿਰ ਕਿਵੇਂ ਰਿਹਾ? ਸਾਹਨੇਵਾਲ ਤੋਂ ਪਿਤਾ ਜੀ ਨੂੰ, ਕਿਉਂਕਿ ਇਹਨਾਂ ਨੇ ਇੰਟੀਮੇਟ ਕੀਤਾ ਕਿ ਮੈਂ ਗੌਰਮੈਂਟ ਸਰਵੈਂਟ ਹਾਂ, ਗੌਰਮੈਂਟ ਸਰਵੈਂਟ ਹੋਣ ਦੇ ਨਾਤੇ ਕਿ ਹੁਣ ਇਹਨਾਂ ਦੀ ਸਰਵਿਸ ਵਗੈਰਾ ਤਾਂ ਉੱਥੇ ਉਹਨਾਂ ਦੇ ਹੋਏਗੀ, ਉਹ ਬਾਅਦ ਦੇ ਵਿੱਚ ਆਈਆਂ। ਅਤੇ ਇਹਨਾਂ ਨੇ ਗੌਰਮੈਂਟ ਅਥਾਰਟੀਜ਼ ਨੂੰ ਇਨਫੋਰਮ ਕੀਤਾ। ਕਰਨ ਤੋਂ ਬਾਅਦ ਇਹਨਾਂ ਨੂੰ ਅਪਾਇੰਟਮੈਂਟ ਦਿੱਤੀ ਗਈ ਇਹਨਾਂ ਦੀ ਜੋਬ ਰੈਗੂਲਰਾਈਜ਼ ਕਰਨ ਲਈ ਕਿ ਤੁਸੀਂ ਜਿਹੜੇ ਰਿਫਿਊਜੀ ਕੈਂਪ ਨੇ ਉਹਨਾਂ ਦੇ ਵਿੱਚ ਰਾਸ਼ਨ ਦੀ ਡਿਸਟਰੀਬਿਊਸ਼ਨ ਦੇ ਉੱਤੇ ਤੁਹਾਡੀ ਜੋਬ ਲਾਈ ਜਾਂਦੀ ਹੈ। ਅਤੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦੀ ਅਪਾਇੰਟਮੈਂਟ ਹੋਈ ਉਹ ਹੋਈ ਮੁਬਾਰਕਪੁਰ ਕੈਂਪ, ਜਿਹੜਾ ਕਿ ਮੁਬਾਰਕਪੁਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸੀ ਅਤੇ ਇਹ ਕਾਲਕਾ ਨੂੰ ਜਾਂਦੀ ਰੇਲਵੇ ਲਾਈਨ ਦੇ ਨਾਲ ਸੀ, ਅਤੇ ਉਹ ਘੱਗਰ ਦਰਿਆ ਦੇ ਕੰਢੇ 'ਤੇ ਸੀਗਾ। ਅਤੇ ਉਹ ਘੱਗਰ ਦਰਿਆ ਦਾ ਇਹਨਾਂ ਨੇ ਇਸ ਕਰਕੇ ਰੱਖਿਆ ਕਿ ਪਾਣੀ ਦੀ ਕੋਈ ਸਮੱਸਿਆ ਨਾ ਹੋਵੇ, ਨਹਾਉਣ ਧੋਣ ਦਾ, ਕੱਪੜੇ ਧੋਣ ਦਾ, ਕਿਉਂਕਿ ਦਰਿਆ ਦਾ ਬੈਂਕ ਸੀ, ਉੱਥੇ ਇਹਨਾਂ ਨੇ ਰੱਖਿਆ। ਪਰ ਉੱਥੇ ਕੁਛ ਟਾਈਮ ਬਾਅਦ ਚੇਚਕ ਦੀ ਬਿਮਾਰੀ ਇੰਨੀ ਫੈਲੀ, ਇਤਨੀ ਫੈਲੀ ਕਿ ਡੇਲੀ 2-4 ਡੈਥਸ ਜਿਹੜੀਆਂ ਦੇ ਉਹਦੇ ਸਿਵੇ ਘੱਗਰ ਦਰਿਆ ਦੇ ਕੰਢੇ 'ਤੇ ਮੱਚਦੇ ਹੁੰਦੇ ਸੀਗੇ। ਉੱਥੋਂ ਦਾ ਮੈਨੂੰ ਇੱਕ ਪੋਇਟ ਹੈ, ਮੈਨੂੰ ਯਾਦ ਹੈ ਕਿ ਉਹ ਉਸ ਵਕਤ ਫਿਲਮ, ਮੈਨੂੰ ਤਾਂ ਫਿਲਮਾਂ ਦਾ ਪਤਾ ਨਹੀਂ ਸੀ ਉਸ ਵਕਤ, ਫਿਲਮ ਸ਼ਾਹਜਹਾਂ ਦਾ ਗਾਣਾ ਜਿਹੜਾ ਉਹ ਕਮ ਦੀਏ ਮੁਸਤਕਿਲ ਕਿਤਨਾ ਨਾਜ਼ੁਕ ਹੈ ਦਿਲ, ਉਹਦੇ ਤਰਜ਼ ਦੇ ਉੱਤੇ ਇੱਕ ਭਾਈ ਆ ਕੇ ਪੋਇਟ ਜਿਹੜਾ ਸੀ ਉਹ ਗਾਣਾ ਸੁਣਾਉਂਦਾ ਹੁੰਦਾ ਸੀਗਾ, ਫੜ ਫੜ ਛੋਟੇ ਬੱਚੇ ਕੀਤੇ ਟੋਟੇ ਬੱਚੇ ਝੁਣ ਝੁਣ ਮਾਰੇ, ਹਾਏ ਪਾਪੀਆਂ ਨੇ ਪੱਪ ਗੁਜ਼ਾਰੇ। ਇਹ ਉਹਦੀ ਤਰਜ਼ ਦੇ ਉੱਤੇ ਗਾਉਂਦਾ ਹੁੰਦਾ ਸੀਗਾ। ਅਤੇ ਉਹ ਨਾਲ ਉਹ ਆਪਣਾ ਕਿੱਸਾ ਜਿਹੜਾ ਵੇਚਦਾ ਸੀ ਉੱਥੇ, ਅਤੇ ਉਹ ਮੈਨੂੰ ਅਜੇ ਤੱਕ ਉਹਦੀਆਂ 4 ਲਾਈਨਾਂ ਯਾਦ ਨੇ। ਅਤੇ ਉਹ ਮੈਂ ਤਕਰੀਬਨ ਜਦੋਂ ਲਾਊਡ ਸਪੀਕਰ 'ਚ ਸੁਣਾਉਂਦਾ ਸੀ ਮੈਂ ਉਹ ਸੁਣਦਾ ਹੁੰਦਾ ਸੀ। ਹੁਣ ਵੀ ਯਾਦ ਨੇ? ਉਹ ਮੇਰੇ ਅੱਜ ਵੀ ਯਾਦ ਹੈ, ਅੱਜ ਮੈਂ ਤੁਹਾਡੇ ਨਾਲ ਜ਼ਿਕਰ ਕੀਤੀਆਂ ਨੇ। ਹਾਂਜੀ। ਅਤੇ ਉਹ ਬਿਮਾਰੀ ਪੈਣ ਕਰਕੇ ਬਲਦੇ ਜਿਹੜਾ ਸੀਗਾ ਮੁਬਾਰਕਪੁਰ ਕੈਂਪ ਨੂੰ ਸ਼ਿਫਟ ਕੀਤਾ ਗਿਆ ਬਲਦੇਵ ਨਗਰ ਕੈਂਪ, ਜਿਹੜਾ ਕਿ ਅੰਬਾਲਾ ਸ਼ਹਿਰ ਦੇ ਨੇੜੇ ਹੈ। ਉਸ ਵਕਤ ਇਸ ਕੈਂਪ ਨੂੰ ਵਸਾਉਣ ਲਈ ਉੱਥੋਂ ਦੇ ਝਾੜ ਛਿੱਛਰ, ਆਪਣੇ ਸਰਕੜੇ ਦੇ ਜਿਹੜੇ ਬੂਝੇ ਸੀਗੇ ਉਹਨਾਂ ਨੂੰ ਪੱਟ ਕੇ ਉਹਨਾਂ ਨੂੰ ਉੱਥੇ ਕੈਂਪ ਬਣਾਇਆ ਗਿਆ, ਟੈਂਟ ਲਾਏ ਗਏ ਸੀ। ਟੈਂਟਾਂ ਤੋਂ ਬਾਅਦ ਉੱਥੇ ਬੈਰਕਾਂ ਬਣਾਈਆਂ ਗਈਆਂ ਸੀਗਾ। ਜਦੋਂ ਟੈਂਟਾਂ 'ਚ ਰਹਿੰਦੇ ਸੀਗੇ ਤਾਂ ਹਨੇਰੀਆਂ ਅਤੇ ਬਹੁਤ ਤੂਫਾਨ ਆਉਂਦੇ ਸੀਗੇ। ਡੇਲੀ ਤਕਰੀਬਨ ਆਪਣੇ ਟੈਂਟਾਂ ਦੇ ਜਿਹੜੇ ਪੋਲ ਸੀਗੇ ਜਾਂ ਉਹਨਾਂ ਦੇ ਕਿੱਲਿਆਂ ਨਾਲ ਜਿਨ੍ਹਾਂ ਨਾਲ ਉਹ ਰੱਸੇ ਬੰਨ੍ਹੇ ਹੁੰਦੇ ਜੋ ਪੁੱਟੇ ਜਾਂਦੇ ਸੀਗੇ, ਵੋਲੰਟੀਅਰਸ ਨੇ ਡੇਲੀ, ਉਹ ਜਿਹੜੇ ਯੰਗ ਬੋਆਏ ਸੀਗੇ ਉਹ ਸੇਵਾ ਕਰਨ ਲਈ ਸਵੇਰ ਨੂੰ ਉੱਠ ਕੇ ਤੁਰ ਪੈਂਦੇ। ਜਿਹੜੇ ਢੱਠੇ ਟੈਂਟ ਸੀ ਉਹਨਾਂ ਨੂੰ ਦੁਬਾਰਾ ਇੰਸਟਾਲ ਕਰਦੇ ਸੀਗੇ। ਰਹਿਣ ਸੌਣ ਖਾਣ ਪੀਣ ਦਾ ਸਾਰਾ ਸਿਸਟਮ ਵਿਗੜ ਰਿਹਾ ਸੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਘਰ ਚੋਂ ਨਿਕਲ ਕੇ ਇਸ ਤਰ੍ਹਾਂ ਆਰਜੀ ਟੈਂਟਾਂ 'ਚ ਆ ਕੇ ਬਿਲਕੁਲ। ਇੱਥੇ ਮੈਂ ਇੱਕ ਵਿੱਦਿਆ ਦੀ ਗੱਲ ਸੁਣੀ, ਜਦੋਂ ਤੁਸੀਂ ਵਸੇ
ਵਸੇਬਾ ਹੋਇਆ ਕਿਸੇ ਵੀ ਜਗ੍ਹਾ ਜਿੱਥੇ ਵੀ ਤੁਸੀਂ ਆਏ। ਉਸ ਤੋਂ ਬਾਅਦ ਜਿਹੜਾ ਇੱਕ ਵਿੱਦਿਆ ਦਾ ਸੀਗਾ, ਤੁਸੀਂ ਉਹਦੀ ਮੈਂ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਤੁਸੀਂ ਕਿਸੇ ਸਕੂਲ ਦਾਖਲ ਹੋਏ ਕਿ ਜੋ ਉੱਧਰ ਵੰਡ ਤੋਂ ਪਹਿਲਾਂ ਵਾਲੇ ਪੰਜਾਬ ਦੇ ਵਿੱਚ ਤੁਸੀਂ ਐਜੂਕੇਸ਼ਨ ਜਿਹੜੀ ਲੈ ਰਹੇ ਸੀਗੇ ਉਹ ਕਿਸ ਬੋਲੀ 'ਚ ਲੈ ਰਹੇ ਸੀ? ਉਰਦੂ ਦੇ ਵਿੱਚ ਸਾਰੀ ਸਿਲੇਬਸ ਸੀਗਾ ਜਾਂ ਫਿਰ ਇੱਧਰ ਆ ਕੇ ਕੁਝ ਸਿਲੇਬਸ ਦਾ ਫਰਕ ਵੀ ਪਿਆ ਅਤੇ ਤੁਹਾਨੂੰ ਕਿਸ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ? ਦੇਖੋ, ਪਿਤਾ ਜੀ ਮੈਨੂੰ ਪਾਕਿਸਤਾਨ ਦੇ ਵਿੱਚ ਰਹਿੰਦੇ ਵਕਤ ਉਰਦੂ, ਕਿਉਂਕਿ ਉਰਦੂ ਦੇ ਵਿੱਚ ਬਹੁਤ ਮਾਹਰੀਅਤ ਸੀ ਮੇਰੇ ਪਿਤਾ ਜੀ ਦੀ, ਸਾਰੀ ਐਜੂਕੇਸ਼ਨ ਉਹਨਾਂ ਦੀ ਉਰਦੂ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਹੀ ਹੋਈ ਸੀਗੀ। ਉਹਨਾਂ ਨੇ ਮੈਨੂੰ ਉਰਦੂ ਫੱਟੀ ਦੇ ਉੱਤੇ ਲਿਖਾਉਣਾ ਸਿਖਾਇਆ ਅਤੇ ਮੈਂ ਉਰਦੂ ਦੇ ਵਿੱਚ ਏਕਾ ਦੂਆ ਅਤੇ ਅਲਫ ਬੇ ਤੇ ਟੇ ਸੇ ਜੀਮ ਚੇ ਹੇ ਕੇ ਇਹ ਜਿਹੜਾ ਉਰਦੂ ਦੇ ਲਿਖਣ ਸਿੱਖਿਆ। ਕਿ ਪਿਤਾ ਜੀ ਦਾ ਹੈਂਡਰਾਈਟਿੰਗ ਬਹੁਤ ਉਮਦਾ ਸੀ, ਬਹੁਤ ਵਧੀਆ ਹੈਂਡਰਾਈਟਿੰਗ ਸੀ ਉਹਨਾਂ ਦਾ। ਉਹਨਾਂ ਨੇ ਫੱਟੀ ਨੂੰ ਆਪ ਪੋਚਣਾ, ਆਪ ਪੋਚ ਕੇ ਗਿੱਲੀ ਗਿੱਲੀ ਜਿਹੜੀ ਗਾਚੀ ਸੀ ਫੱਟੀ ਦੇ ਉੱਤੇ ਪੋਚੀ, ਉਹਦੇ ਉੱਤੇ ਗਿੱਲੇ ਗਿੱਲੇ ਅਲਫ ਜਿਹੜੀ ਗਾਚੀ ਪੱਟ ਦੇਣੀ ਉਹਨਾਂ ਨੇ ਆਪਣੀ ਕਲਮ ਨਾਲ ਲਿਖ ਕੇ, ਅਲਫ ਬੇ ਤੇ ਟੇ ਸੇ ਜੀਮ ਹੇ ਉਹਨਾਂ ਨੇ ਲਿਖ ਕੇ ਮੈਨੂੰ ਦੇਣਾ ਅਤੇ ਬਾਅਦ 'ਚ ਫੱਟੀ ਸੁੱਕਣੀ ਧਰ ਦੇਣੀ। ਸੁੱਕਣ ਤੋਂ ਬਾਅਦ ਉਹਨਾਂ ਨੇ ਉਹ ਕਲਮ ਨੂੰ ਧੋਣਾ, ਧੋ ਕੇ ਉਹਨਾਂ ਨੇ ਕਹਿਣਾ ਆਹ ਜਿਹੜੇ ਮੈਂ ਵਿੱਚ ਲਿਖੇ ਨੇ ਨਾ ਇਹਦੇ ਵਿੱਚ ਲਿਖ ਅਤੇ ਇਹ ਤੇਰਾ ਹੈਂਡਰਾਈਟਿੰਗ ਹੈ ਜਿਹੜਾ ਇਹਦੇ ਵਿੱਚ ਪੱਕੇਗਾ, ਤੂੰ ਇਹਨੇ ਜਿਹੜੀ ਕਲਮ ਹੈ ਤੇਰੀ ਹਿੱਲਣੀ ਨਹੀਂ ਚਾਹੀਦੀ, ਜੇ ਇੱਧਰ ਉੱਧਰ ਹੋ ਗਈ ਤਾਂ ਥੱਪੜ ਪਏਗਾ। ਅਤੇ ਉਹ ਮੈਂ ਡਰਦਾ ਮਾਰਾ ਉਹ ਆ ਜਿਹੜੀ ਜਦੋਂ ਪਿਤਾ ਜੀ ਜੋ ਮੈਨੂੰ ਲਿਖ ਕੇ ਦਿੰਦੇ ਸੀਗੇ ਹਾਰਨੀ ਮਤਲਬ ਕਲਮ ਆਪਣੀ ਪੈਨਸਲ ਨਾਲ ਨਹੀਂ ਸੀ ਲਿਖ ਕੇ ਦਿੰਦੇ, ਉਹ ਗਾਚੀ ਪੱਟ ਦਿੰਦੇ ਸੀ ਉਹਦੇ ਤੋਂ, ਅਤੇ ਉਹਦੇ ਵਿੱਚ ਮੈਂ ਉਹ ਜਿਹੜੀ ਕਲਮ ਆ ਜਿਹੜੀ ਉਹ ਭਰਨੀ ਅਤੇ ਉਹਦੇ ਕਰਕੇ ਮੇਰਾ ਉਰਦੂ ਦਾ ਹੈਂਡਰਾਈਟਿੰਗ ਸੈੱਟ ਹੋਣ ਕਰਕੇ ਮੇਰੀਆਂ ਸਾਰੀਆਂ ਲੈਂਗੁਏਜਸ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼ ਮੇਰਾ ਹੈਂਡਰਾਈਟਿੰਗ ਹੈ ਜਿਹੜਾ ਸਟੇਬਲ ਹੋਇਆ। ਜੀ, ਸੋ ਇਹ ਨੇ ਸਰਦਾਰ ਬਲਕੀਤ ਸਿੰਘ ਜਿਹੜੇ ਕਿ ਮੇਰੀਆਂ ਯਾਦਾਂ ਪ੍ਰੋਗਰਾਮ ਰਾਹੀਂ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਨੇ। ਸੰਨ 47 ਵੇਲੇ ਜਦੋਂ ਪਾਕਿਸਤਾਨ ਬਣਿਆ ਅਤੇ ਵੰਡ ਦੇ ਸਮੇਂ ਉੱਧਰੋਂ ਇਹਨਾਂ ਨੂੰ ਇੱਧਰ ਭਾਰਤ ਦੇ ਵਿੱਚ ਆਉਣਾ ਪਿਆ। ਫਿਰ ਸਰਦਾਰ ਸਾਹਿਬ ਜਦੋਂ ਇੱਧਰ ਆਏ, ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਵਿੱਦਿਆ ਆ ਉਹ ਤੁਸੀਂ ਇੱਧਰ ਫਿਰ ਦੁਬਾਰਾ ਸ਼ੁਰੂ ਕੀਤੀ, ਤਾਂ ਫਿਰ ਅੰਤ ਟਿਕਾਣਾ ਕਿਹੜਾ ਤੁਹਾਡਾ ਰਿਹਾ ਜਿੱਥੇ ਫਿਰ ਤੁਸੀਂ ਪੱਕੇ ਤੌਰ ਦੇ ਉੱਤੇ ਰਹਿਣਾ ਸ਼ੁਰੂ ਕੀਤਾ? ਅਤੇ ਮਾਤਾ ਪਿਤਾ ਨਾਲ ਕਦੇ ਜਦੋਂ ਫਿਰ ਥੋੜ੍ਹੀ ਹੋਰ ਹੋਸ਼ ਸੰਭਾਲੀ ਤਾਂ ਕਿਵੇਂ ਦੀਆਂ ਗੱਲਾਂ ਦੱਸਦੇ ਸੀ ਉਹ ਪੁਰਾਣੀਆਂ ਯਾਦਾਂ ਜਿਹੜੀਆਂ ਜਦੋਂ ਉੱਧਰੋਂ ਵਾਪਸ ਇੱਧਰ ਆਏ ਹੋ ਤੁਸੀਂ? ਉਹ ਕਹਾਣੀਆਂ ਜਿਹੜੀਆਂ ਮੈਂ ਬਿਆਨ ਕਰ ਚੁੱਕਿਆ, ਜਿੰਨੀ ਕੁ ਮੇਰੀ ਸੂਝ ਹੈ ਜੀ ਮੈਂ ਤਾਂ ਓਨਾ ਕਿ ਮੈਨੂੰ ਯਾਦ ਹੈ। ਬੇਜੀ ਸਾਡੇ ਮਾਤਾ ਜੀ ਉਹ ਜ਼ਰੂਰ ਗੱਲਾਂ ਸੁਣਾਉਂਦੇ ਹੁੰਦੇ ਸੀਗੇ ਕਿਸ ਤਰੀਕੇ ਨਾਲ ਮੇਰਾ ਵੱਡਾ ਭਰਾ ਉਹ ਸੰਢਿਆਂ ਵਾਲਾ ਕੈਨਾਲ ਰੈਸਟ ਹਾਊਸ ਸੀਗਾ ਜਿੱਥੇ ਉਹ ਤਾਇਨਾਤ ਸੀਗਾ, ਉੱਥੇ ਵੀ ਜ਼ਿਲ੍ਹੇਦਾਰ ਇੱਕ ਮੁਸਲਮਾਨ ਸੀ ਅਤੇ ਜਿਨ੍ਹਾਂ ਕਿ ਉਹ ਹੋਰ ਫੈਮਿਲੀ ਸਾਰੀਆਂ ਮੁਸਲਮਾਨ ਸੀ। ਮੇਰਾ ਬ੍ਰਦਰ ਇਕੱਲਾ ਸਿੱਖ ਸੀਗਾ ਉੱਥੇ, ਅਤੇ ਉਹਨੇ ਜਦ ਦੇਖਿਆ ਮੈਂ ਸਾਰੇ ਪਾਸੇ ਉਹ ਘਿਰਿਆ ਹੋਇਆ ਅਤੇ ਉਸਨੇ ਫਿਰ ਉਹ ਜ਼ਿਲ੍ਹੇਦਾਰ ਕੋਲ ਜਾ ਕੇ ਉਹਨਾਂ ਕਿਹਾ ਵੀ ਮੈਂ ਤੁਹਾਡਾ ਬੱਚਾ ਅਤੇ ਵੀ ਤੁਹਾਡੀ ਮੈਨੂੰ ਰੱਖਣਾ ਰੱਖ ਲਓ, ਨਹੀਂ ਤਾਂ ਤੁਹਾਡੀ ਵੀ ਮੈਂ ਤਾਂ ਹੁਣ ਉਹ ਕਹਿੰਦਾ ਨਹੀਂ ਤੂੰ ਬੇਟਾ ਤੂੰ ਆਪਣਾ ਤੈਨੂੰ ਮਹਿਫੂਜ਼ ਹੈ ਜਿਹੜਾ ਪਹੁੰਚਾਇਆ ਜਾਏਗਾ ਜਿੱਥੇ ਵੀ ਤੂੰ ਚਾਹੇ। ਅਤੇ ਉਹਨਾਂ ਨੇ ਆਪਣੇ ਕੋਲ ਰੱਖਿਆ ਅਤੇ ਮੇਰੇ ਬ੍ਰਦਰ ਨੂੰ ਉਹਨਾਂ ਨੇ ਘੋੜੇ 'ਤੇ ਬਿਠਾ ਕੇ ਉੱਥੋਂ ਸੰਢਿਆਂ ਵਾਲੇ ਤੋਂ ਬਾਹਰ ਕੱਢਿਆ ਸੀਗਾ ਤਾਂ ਕਿ ਜੂਹ ਟਪਾ ਕੇ ਫਿਰ ਉਹ ਗਏ ਉੱਥੋਂ। ਫਿਰ ਉਹ ਮੇਰਾ ਬ੍ਰਦਰ ਹੈ ਜਿਹੜਾ ਉਹ ਮਿਲਟਰੀ ਆਫਿਸਰ ਨੂੰ ਮਿਲੇ ਜਿਨ੍ਹਾਂ ਨੂੰ ਉਹ ਲੈ ਕੇ ਨਾਲ ਉੱਥੇ ਲਾਇਲਪੁਰ ਤੋਂ ਸਾਡੀ ਫੈਮਿਲੀ ਨੂੰ ਲੈ ਕੇ ਆਏ। ਅਤੇ ਇਹ ਗੱਲਾਂ ਦਾ ਤਾਂ ਮੈਨੂੰ ਪਤਾ ਹੈ। ਹੋਰ ਗੱਲਾਂ ਜਿਹੜੀਆਂ ਕਿ ਵਾਪਰੀਆਂ ਨੇ ਜਾਂ ਅੱਖੀਂ ਡਿੱਠੀਆਂ ਨੇ ਉਹਨਾਂ ਦੀ ਮੈਨੂੰ ਕੋਈ ਬਹੁਤੀ ਯਾਦਾਸ਼ਤ ਨਹੀਂ ਹੈਗੀ। ਅਤੇ ਪੜ੍ਹਾਈ ਹੈ ਜ਼ਰੂਰ ਮੇਰੀ ਬਲਦੇਵ ਕੈਂਪ ਦੇ ਵਿੱਚ ਸ਼ੁਰੂ ਹੋਈ ਹੈ। ਉੱਥੇ ਸਕੂਲ ਜਿਹੜਾ ਟੈਂਟਾਂ ਦੇ ਵਿੱਚ ਹੀ ਲੱਗਦੇ ਸੀਗੇ, ਟੈਂਟਾਂ ਦੇ ਬਾਹਰ ਟੀਚਰ ਏਜੰਟ ਪੜ੍ਹਾਉਂਦੇ ਸੀ। ਹੋ ਸਕਦਾ ਉਹ ਟੀਚਿੰਗ ਲਾਈਨ ਵਾਲੇ ਵੀ ਗੌਰਮੈਂਟ ਸਰਵਿਸ ਦੇ ਬੰਦੇ ਹੋਣ ਜਿਹੜੇ ਪੜ੍ਹਾਉਂਦੇ ਸੀਗੇ। ਅਤੇ ਉਹਦਾ ਸਰਟੀਫਿਕੇਟ ਵੀ ਮੈਨੂੰ ਪਹਿਲੀ ਅਤੇ ਦੂਜੀ ਜਮਾਤ ਦਾ ਉੱਥੋਂ ਦਿੱਤਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਰੈਗੂਲਰ ਜਿਹੜੀ ਇਹਨਾਂ ਦੀ ਅਪਾਇੰਟਮੈਂਟ ਹੋ ਗਈ ਸੀਗੀ ਕੈਨਾਲ ਸਿਗਨੇਲਰ ਦੀ। ਅਤੇ ਉਹ ਉਸ ਤੋਂ ਜਿਹੜੇ ਕਿ ਗੁਰਥੜੀ ਦਾ ਪੁਲ ਪਹਿਲਾਂ ਸ਼ਾਇਦ ਪਟਿਆਲੇ ਅਪਾਇੰਟਮੈਂਟ ਜਿਹੜੀ ਹੈ ਨਾ, ਮੈਂ ਕੁਛ ਟਾਈਮ ਇੱਥੇ ਆਪਣੇ ਦੁਖਨਿਵਾਰਨ ਸਾਹਿਬ ਗੁਰਦੁਆਰੇ ਦੇ ਕੋਲੇ ਜਿਹੜੀ ਕੈਨਾਲ ਰੈਸਟ ਹਾਊਸ ਹੈ ਨਾ, ਇੱਥੇ ਵੀ ਕੁਛ ਮਹੀਨੇ ਹੀ ਇੱਥੇ ਰਹੇ ਨੇ। ਇਸ ਤੋਂ ਬਾਅਦ ਦਰਾਹੇ ਦੇ ਕੋਲੇ ਗੁਰਥੜੀ ਦਾ ਪੁਲ ਹੈ, ਉੱਥੇ ਰਹੇ ਆ, ਉੱਥੇ ਵੀ ਥੋੜ੍ਹਾ ਟਾਈਮ ਤੋਂ ਉਸ ਤੋਂ ਬਾਅਦ ਫਿਰ ਉਹਨਾਂ ਦੀ ਟਰਾਂਸਫਰ ਹੋਈ ਹੈ ਕਬੂਲ ਸ਼ਾਹ। ਕਬੂਲ ਸ਼ਾਹ ਬਿਲਕੁਲ
ਆਊਟ ਆਫ ਦਾ ਵੇ ਨੇੜੇ ਤੇੜੇ ਕੋਈ ਕਿਸੇ ਪਿੰਡਾਂ 'ਚ ਕੋਈ ਸਕੂਲਿੰਗ ਨਹੀਂ ਸੀਗੀ। ਅਤੇ ਸਕੂਲ ਦਾ ਵੱਡਾ ਜ਼ਰੀਆ ਸੀ ਇੱਕ ਸਿਰਫ ਗੁਰਦੁਆਰੇ ਦਾ ਭਾਈ, ਜਿਹੜਾ ਕਿ ਬੱਚਿਆਂ ਨੂੰ ਕਾਇਦਾ ਊੜਾ ਆੜਾ ਪੜ੍ਹਾ ਦੇਣਾ ਅਤੇ ਉਹਨਾਂ ਨੂੰ ਪੜ੍ਹਨ ਲਿਖਣ ਜੋਗਾ ਕਰ ਦੇਣਾ। ਅਤੇ ਉਸ ਤੋਂ ਬਾਅਦ ਜਦੋਂ ਪੜ੍ਹਨ ਜੋਗੇ ਹੁੰਦੇ ਸੀ ਅਤੇ ਉਹ ਗੁਰਬਾਣੀ ਉਹਨਾਂ ਨੇ ਪੜ੍ਹਾਉਣੀ ਸਿਖਾਉਣੀ। ਅਤੇ ਫਿਰ ਉਹ ਬੱਚੇ ਕੁਆਲੀਫਿਕੇਸ਼ਨ ਮੰਨਦੇ ਸੀ ਕਿ ਜੀ ਜੇ ਉਹਨਾਂ ਨੂੰ ਪੁੱਛਿਆ ਤੂੰ ਕਿੰਨਾ ਪੜ੍ਹਿਆ, ਜੀ ਮੈਂ ਪੰਜਾਬੀ ਦਾ ਕਾਇਦਾ ਪੜ੍ਹਿਆ, ਨਾਲ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੋਇਆ। ਅਤੇ ਇਹ ਕੁਆਲੀਫਿਕੇਸ਼ਨ ਸੀ ਉਸ ਵਕਤ। ਅਤੇ ਉਹ ਕਿ ਪਿਤਾ ਜੀ ਬੀਇੰਗ ਗੌਰਮੈਂਟ ਸਰਵੈਂਟ, ਉਹਨਾਂ ਨੂੰ ਪਤਾ ਸੀ ਕਿ ਮੈਂ ਆਪਣੇ ਬੱਚੇ ਨੂੰ ਐਜੂਕੇਸ਼ਨ ਦੇਣੀ ਹੈ। ਅਤੇ ਨੇੜੇ ਤੇੜੇ ਕੋਈ ਸਕੂਲ ਨਹੀਂ ਸੀਗਾ। ਮੇਰੀ ਪਹਿਲੀ ਜਿਹੜੀ ਹੈ ਜੁਆਇਨਿੰਗ ਹੋਈ ਹੈ ਹੀਰਾਂ ਵਾਲੀ ਸਕੂਲ, ਜਿਸ ਥਾਂ ਦੇ ਉੱਤੇ 2 ਘੰਟੇ ਦੀ ਸਾਨੂੰ ਸੌਣ ਦੀ ਛੁੱਟੀ ਹੁੰਦੀ ਸੀ। ਹੀਰਾਂ ਵਾਲੀ ਸਕੂਲ ਹੈ ਜਿਹੜਾ, ਮੈਨੂੰ ਤਕਰੀਬਨ 1.5 ਕਿਲੋਮੀਟਰ ਜਾਂ ਉਸ ਵਾਲੇ ਤਾਂ ਮੀਲ ਸੀਗੇ, ਮੀਲ ਪੈਦਲ ਚੱਲ ਕੇ ਜਾਣਾ ਪੈਂਦਾ ਸੀ। ਇੱਕ ਪਾਸੇ ਨਹਿਰ ਸੀ, ਦੂਜੇ ਪਾਸੇ ਜੰਗਲ। ਜੰਗਲ ਦੇ ਵਿੱਚ ਝਾੜ ਛਿੱਛਰ, ਉਹਨਾਂ ਦੇ ਵਿੱਚ ਉਸ ਵਕਤ ਜੰਗਲੀ ਜਾਨਵਰ ਹੀ ਹੁੰਦੇ ਸੀਗੇ। ਅਤੇ ਨਹਿਰ ਦੇ ਜਿਹੜਾ ਸੜਕ ਸੀ, ਪਟੜੀ ਸੀ, ਉਹਦੇ ਉੱਤੇ ਕਿਸੇ ਪ੍ਰਾਈਵੇਟ ਬੰਦੇ ਨੂੰ ਵਹੀਕਲ ਚਲਾਉਣ ਦੀ ਕੋਈ ਆਗਿਆ ਨਹੀਂ ਸੀ ਹੁੰਦੀ ਉਸ ਵਕਤ, ਕਿਉਂਕਿ ਸਕੂਲ ਜਾਣ ਵਾਲਾ ਇਕੱਲਾ ਸੀ। ਅਤੇ ਉਹ ਪਿਤਾ ਜੀ ਨੇ ਦੇਖਿਆ ਵੀ ਹੈ ਕਿਸੇ ਇੱਕ ਪਾਸੇ ਤਾਂ ਨਹਿਰ ਦੀ ਸ਼ੂਕਦੀ ਜਾ ਰਹੀ ਹੈ, ਦੂਜੀ ਸਾਈਡ 'ਤੇ ਜੰਗਲ ਹੈ, ਕਿਸੇ ਜਾਨਵਰ ਨੇ ਹਮਲਾ ਕਰਤਾ ਅਤੇ ਇਹ ਵੀ ਖਤਰੇ ਵਾਲੀ ਗੱਲ ਹੈ। ਮੈਨੂੰ ਕੁਛ ਟਾਈਮ ਹੀਰਾਂ ਵਾਲੀ ਮੈਨੂੰ ਸਕੂਲ ਦੇ ਵਿੱਚੋਂ ਪੜ੍ਹਨ ਤੋਂ ਬਾਅਦ ਮੈਨੂੰ ਉੱਥੋਂ ਹਟਾ ਲਿਆ ਗਿਆ। ਫਿਰ ਰਾਮਪੁਰ ਪਿੰਡ ਸੀ ਉੱਥੇ ਨੇੜੇ, ਰਾਮਕੋਟ ਪਿੰਡ ਦੇ ਵਿੱਚ ਮੈਨੂੰ ਦਾਖਲ ਕਰਵਾਇਆ ਗਿਆ। ਉੱਥੇ ਇੱਕ ਪੰਡਤ ਜੀ ਸੀ ਜਿਨ੍ਹਾਂ ਨੇ ਆ ਕੇ ਸਕੂਲ ਪਰਸਨਲ ਖੋਲ੍ਹਿਆ ਸੀਗਾ। ਅਤੇ ਉਹਨਾਂ ਨੇ ਰਾਮਕੋਟ ਪਿੰਡ ਦਾ ਜਿਹੜਾ ਪਾਣੀ ਸੀ ਉਹ ਪੀਣ ਯੋਗ ਨਹੀਂ ਸੀਗਾ। ਉੱਥੋਂ ਦੇ ਜਿਹੜੇ ਰੈਜ਼ੀਡੈਂਟ ਸੀ ਨਾ, ਲੇਡੀਜ਼ ਸੀਗੀਆਂ, ਅਤੇ ਉਹ ਕਬੂਲ ਸ਼ਾਹ ਬੰਗਲੇ ਤੋਂ ਪਾਣੀ ਭਰਨ ਲਈ ਆਉਂਦੀਆਂ ਸੀ। ਉਹ ਘੜਿਆਂ 'ਚ ਭਰ ਕੇ ਘੜੇ ਹਾਂਜੀ, 2 ਘੜੇ ਸਿਰ 'ਤੇ ਰੱਖੇ ਹੁੰਦੇ, ਇੱਕ ਕੱਚ ਦੇ ਵਿੱਚ ਲਿਆ ਹੋਣਾ, ਉਹ ਪੀਣ ਲਈ ਪਾਣੀ ਉੱਥੋਂ ਲੈਣ ਆਉਂਦੇ ਹੁੰਦੇ ਸੀਗੇ। ਉਹਨਾਂ ਆਉਣ ਕਰਕੇ ਮੇਰੇ ਮਦਰ ਦੇ ਨਾਲ ਉਹਨਾਂ ਦਾ ਵੀ ਇੰਟੀਮੇਸੀ ਚੰਗੀ ਹੋ ਗਈ। ਉਹਨਾਂ ਨੇ ਦੱਸਿਆ ਕਿ ਸਾਡੇ ਸਕੂਲ 'ਚ ਇੱਕ ਪੰਡਤ ਜੀ ਆਏ ਨੇ, ਉਹਨਾਂ ਨੇ ਵੀ ਸਕੂਲ ਖੋਲ੍ਹਿਆ, ਤੁਹਾਡਾ ਬੱਚਾ ਜੇ ਪੜ੍ਹਨਾ ਚਾਹੇ ਉੱਥੇ ਤੁਸੀਂ ਲਾ ਦਿਓ। ਫਿਰ ਪਿਤਾ ਜੀ ਉਹਨਾਂ ਨੇ ਪੰਡਤ ਜੀ ਨੂੰ ਮਿਲੇ। ਪੰਡਤ ਜੀ ਨੇ ਫਿਰ ਇਹਨਾਂ ਦਾ ਵਾਅਦਾ ਕੀਤਾ ਕਿ ਮੈਂ ਤੁਹਾਡੇ ਬੱਚੇ ਨੂੰ ਪੜ੍ਹਾਵਾਂਗਾ ਵੀ, ਅਤੇ ਪੜ੍ਹਾਉਣ ਤੋਂ ਬਾਅਦ ਇਹਦਾ ਐਗਜ਼ਾਮ ਵੀ ਦਵਾਵਾਂਗਾ। ਅਤੇ ਮੇਰਾ 4ਥੀ ਜਮਾਤ ਹੈ ਜਿਹੜੀ ਮੇਰੀ, ਮੈਂ ਉੱਥੇ ਪੜ੍ਹਿਆ ਉਹਨਾਂ ਦੇ ਕੋਲੇ। ਔਰ 4ਥੀ ਜਮਾਤ ਜੋ ਪੰਡਤ ਜੀ ਪੜ੍ਹਾ ਗਏ, ਮੈਨੂੰ 10ਵੀਂ ਤੱਕ ਕੰਮ ਆਇਆ। ਇੰਨੀ ਮਤਲਬ ਮਿਹਨਤ ਨਾਲ ਉਹਨਾਂ ਨੇ ਮੈਨੂੰ ਪੜ੍ਹਾਇਆ। ਅਤੇ ਇਮਤਿਹਾਨ ਮੇਰਾ ਹੋਇਆ ਖੂਹੀ ਖੇੜੇ। ਅੱਛਾ, ਖੂਹੀ ਖੇੜੇ ਅਬੋਹਰ ਦੇ ਕੋਲੇ। ਹਾਂ, ਖੂਹੀ ਖੇੜੇ ਮੇਰਾ ਇਮਤਿਹਾਨ ਹੋਇਆ। ਉਹ ਟਾਂਗੇ 'ਚ ਗਏ ਸੀ ਉੱਥੇ, ਮੇਰਾ ਉਹਨਾਂ ਨੇ ਉੱਥੋਂ ਮੇਰਾ ਪਾਸ ਕਰਵਾ ਕੇ ਮੈਨੂੰ ਉੱਥੋਂ ਖੂਹੀ ਖੇੜੇ ਤੋਂ ਸਰਟੀਫਿਕੇਟ ਦਵਾਇਆ ਸੀਗਾ। ਜੀ, ਅੱਛਾ, ਜਦੋਂ ਐਜੂਕੇਸ਼ਨ ਤੁਸੀਂ ਸਾਰੀ ਪ੍ਰਾਪਤ ਕਰ ਲਈ, ਉਸ ਤੋਂ ਬਾਅਦ ਕੋਈ ਜੋਬ ਵਗੈਰਾ ਕੀਤੀ? ਹਾਂਜੀ, ਜੋਬ ਮੈਂ ਦੇਖੋ 10ਵੀਂ ਜਮਾਤ ਪਾਸ ਕੀਤੀ ਮੈਂ ASI ਸਕੂਲ ਖੰਨੇ ਤੋਂ। ਅਤੇ ਉਸ ਵਕਤ ਪਿਤਾ ਜੀ 3 ਸਾਲ ਉੱਥੇ ਇਕੱਠੇ ਰਹੇ। ਅਦਰਵਾਈਜ਼ ਕਬੂਲ ਸ਼ਾਹ ਤੋਂ ਵੀ ਸ਼ਿਫਟ ਹੋਣ ਦਾ, ਜੇ 4ਥੀ ਜਮਾਤ ਪਾਸ ਕਰਨ ਤੋਂ ਬਾਅਦ ਮੈਂ ਸਾਹਨੇਵਾਲ ਜਿਹੜੇ ਧਰਮਿੰਦਰ ਦੇ ਪਿਤਾ ਜੀ ਨੇ, ਸ਼੍ਰੀ ਕੇਵਲ ਕ੍ਰਿਸ਼ਨ ਜੀ, ਮੈਂ ਉਹਨਾਂ ਕੋਲ ਉਸ ਵੇਲੇ ਟੀਚਰ ਸੀਗੇ, ਉੱਥੇ ਮੈਂ ਉਹਨਾਂ ਕੋਲ ਪੜ੍ਹਿਆ 5ਵੀਂ ਜਮਾਤ। 5ਵੀਂ ਜਮਾਤ ਤੋਂ ਉਸ ਵਕਤ 5ਵੀਂ ਜਮਾਤ ਤਾਂ ਉੱਥੇ ਪਹੁੰਚੇ ਸਾਹਨੇਵਾਲ, ਰੌਲਾ ਪੈ ਗਿਆ ਕਿ ਜੀ ਪਾਕਿਸਤਾਨ ਅਟੈਕ ਕਰ ਰਿਹਾ। ਕਬੂਲ ਸ਼ਾਹ ਬਿਲਕੁਲ ਬਾਰਡਰ ਦੇ ਨੇੜੇ ਹੋਣ ਕਰਕੇ, ਕਿਉਂਕਿ ਸੰਤਾਪ ਪਾਰਟੀਸ਼ਨ ਦਾ ਪਹਿਲਾਂ ਹੀ ਭੋਗ ਚੁੱਕੇ ਸੀ, ਇਸ ਕਰਕੇ ਉਹ ਡਰ ਕਾਇਮ ਹੋਣ ਕਰਕੇ ਫਿਰ ਫੈਮਿਲੀ ਉਹਨਾਂ ਨੇ ਵਾਪਸ ਸਾਹਨੇਵਾਲ ਦੇ ਕੋਲੇ ਜਿਹੜਾ ਪਿੰਡ ਆ ਸਾਡਾ, ਉੱਥੇ ਉਹਨਾਂ ਨੂੰ ਭੇਜ ਦਿੱਤਾ। ਉੱਥੇ ਮੈਂ ਡੇਲੀ ਪੈਦਲ ਚੱਲ ਕੇ 5 ਮੀਲ ਸਕੂਲ ਜਾਂਦਾ ਸੀ ਅਤੇ 5 ਮੀਲ ਮੁੜ ਕੇ ਆਉਂਦਾ ਸੀ। ਹੋਰ ਵੀ ਸਾਰੇ ਬੱਚੇ ਜਿਹੜੇ ਪੜ੍ਹਨ ਜਾਂਦੇ ਸੀ ਉਹ ਪੈਦਲ ਹੀ ਜਾਂਦੇ ਸੀਗੇ। ਮਨ ਨੂੰ ਸਕੂਨ ਦੇਣ ਲਈ ਥੋੜ੍ਹਾ ਜਿਹਾ ਇਹ ਸੀ ਰਾਬਤਾ ਕਿ ਉਸ ਜ਼ਮਾਨੇ 'ਚ ਫਿਲਮਾਂ ਦਾ ਦੌਰ ਕਿਹੋ ਜਿਹਾ ਸੀ, ਸੰਗੀਤ ਦਾ ਦੌਰ ਕਿਹੋ ਜਿਹਾ ਸੀ, ਕੁਛ ਇਸ ਬਾਰੇ ਵੀ ਜ਼ਿਆਦਾ ਆਪਣੀ ਸਾਂਝੀ ਕਰੋ। ਦੇਖੋ, ਫਿਲਮਾਂ ਬਾਰੇ ਮੈਨੂੰ 5ਵੀਂ 6ਵੀਂ 'ਚ ਕੋਈ ਪਤਾ ਨਹੀਂ ਸੀਗਾ। ਅਤੇ ਹਾਂ, ਇਹ ਜ਼ਰੂਰ ਹੈ ਕਿ ਸਾਡੇ ਕਬੂਲ ਸ਼ਾਹ ਜਦੋਂ ਰਹਿ ਰਹੇ ਸੀਗੇ, ਉੱਥੇ ਦੇ ਓਵਰਸੀਅਰ ਸੀ ਗੁਰਦੇਵ ਸਿੰਘ, ਅਤੇ ਉਹਨਾਂ ਦੇ ਫੈਮਿਲੀ ਕਦੇ ਕਦੇ ਜੀਪ ਲੈ ਕੇ ਫਿਲਮ ਫਾਜ਼ਿਲਕਾ ਦੇਖਣ ਜਾਂਦੇ ਸੀ। ਫਾਜ਼ਿਲਕਾ ਫਿਲਮ ਜਿਵੇਂ ਅੱਜ ਕੱਲ੍ਹ ਸਰਕਸ ਵਾਲੇ ਟੈਂਟ ਲੱਗੇ ਹੁੰਦੇ ਨੇ, ਇਸ ਤਰ੍ਹਾਂ ਦੇ ਟੈਂਟ ਹੁੰਦੇ ਜਿਹ 'ਚ ਸਿਨੇਮਾ ਦਿਖਾਇਆ ਜਾਂਦਾ ਸੀ। ਹਾਂ, ਅਤੇ ਉਸ ਵਕਤ ਮੇਰੀ ਪਹਿਲੀ ਫਿਲਮ ਸੀ ਸ਼ਹੀਦ, ਦਲੀਪ ਕੁਮਾਰ ਦੀ। ਪਹਿਲੀ ਸ਼ਹੀਦ ਮੈਂ ਫਿਲਮ ਦੇਖੀ ਸੀ। ਪਰ ਉਸ ਤੋਂ ਪਹਿਲਾਂ ਮੈਂ ਜਦੋਂ ਬਲਦੇਵ ਨਗਰ ਕੈਂਪ 'ਚ ਰਹੇ ਸੀਗੇ, ਬ੍ਰਦਰ ਮੇਰੇ ਅੰਬਾਲੇ ਪਿਕਚਰ ਦੇਖਣ ਗਏ ਸੀ, ਜਿਹੜੀ ਕਿ ਉਸ ਤੋਂ ਪਹਿਲੀ ਫਿਲਮ ਸੀ ਮੇਰੀ
ਚੰਦਰਲੇਖਾ। ਜੀ ਹਾਂਜੀ ਉਦੋਂ ਸਾਰੇ ਪਰਿਵਾਰ ਇਕੱਠੇ ਹੋ ਕੇ ਜਾਂਦੇ ਸੀ ਫਿਲਮਾਂ ਦੇਖਣ ਹਾਂਜੀ ਵਾਸਤੇ? ਹਾਂਜੀ ਜਾਂਦੇ ਸੀਗੇ, ਪਰ ਇਹਨਾਂ ਬਹੁਤਾ ਨਹੀਂ ਸੀ। ਪਰ ਸਭ ਤੋਂ ਜ਼ਿਆਦਾ ਜਿਹੜਾ ਰਿਵਾਜ ਪਿਆ ਪਿੰਡਾਂ ਦੇ ਲੋਕਾਂ ਦੇ ਵਿੱਚ ਤਾਂ ਇੰਨੀ ਜਾਗਰਤ ਨਹੀਂ ਸੀ ਕਿ ਉਹ ਤਾਂ ਖੇਲ ਦੇਖਣਾ, ਖੇਲ ਦੇਖਣਾ ਹੀ ਕਹਿੰਦੇ ਹੁੰਦੇ ਸੀ। ਹਾਂ, ਖੇਲ ਦੇਖਣਾ। ਤੇ ਖੇਲ ਦੇਖਣ ਦਾ ਰਿਵਾਜ ਹੈ ਜਿਹੜਾ 1955 ਦੇ ਵਿੱਚ ਪਿਆ, ਜਦੋਂ ਫਿਲਮ ਨਾਗਣ ਆਈ ਹੈ। ਜੀ ਜੀ। ਨਾਗਣ ਦੇ ਜਿਹੜੀ ਬੀਨ ਵੱਜੀ ਆ, ਉਹਦੇ ਲੋਕੀ ਗੱਡੇ ਜੋੜ ਕੇ, ਬੈਲਾਂ ਵਾਲੇ ਗੱਡੇ ਜੋੜ ਕੇ, ਸਿਨੇਮੇ ਦੇ ਬਾਹਰ ਗੱਡੇ ਖੜਨ ਜੋਗੀ ਜਗ੍ਹਾ ਨਹੀਂ ਸੀ ਹੁੰਦੀ, ਤੇ ਉਹ ਦੇਖਣ ਜਾਂਦੇ ਇੰਨਾ ਉਹਦੀ। ਹਾਂਜੀ ਹਾਂਜੀ ਜੀ ਜੀ। ਤੇ ਅਗਰ ਗੀਤ ਸੰਗੀਤ ਦੀ ਗੱਲ ਕਰ ਲਈਏ, ਤੁਹਾਨੂੰ ਜਦੋਂ ਮਤਲਬ ਆਪਣੀ ਤੁਸੀਂ ਵਿੱਦਿਆ ਖਤਮ ਕਰ ਲਈ, ਸਾਰਾ ਕੁਛ ਹੋਇਆ, ਇੱਕ ਨੌਜਵਾਨੀ ਦੀ ਉਮਰ ਤੋਂ ਜਦੋਂ ਤੁਹਾਡੀ ਰਿਟਾਇਰਮੈਂਟ ਤੱਕ ਦਾ ਸਫ਼ਰ ਤੁਹਾਡੇ ਸਾਹਮਣੇ, ਪੰਜਾਬ ਗੁਜ਼ਰਿਆ, ਪੂਰਾ ਹਿੰਦੁਸਤਾਨ ਗੁਜ਼ਰਿਆ, ਸੰਸਾਰ ਪੱਧਰ 'ਤੇ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ। ਇਸੇ ਸੰਗੀਤ ਦੇ ਪੱਖ ਦੇ ਵਿੱਚ, ਵਿੱਦਿਅਕ ਪੱਖ ਵਿੱਚ, ਤੇ ਲੋਕਾਂ ਦਾ ਜਿਹੜਾ ਬਾਕੀ ਦਾ ਰਹਿਣ ਸਹਿਣ ਸੀ, ਉਹ 'ਚ ਤੁਹਾਨੂੰ ਕੀ ਕੁਛ ਮਹਿਸੂਸ ਹੋਇਆ ਸਾਰਾ ਕੁਛ? ਦੇਖੋ, ਕਿਉਂਕਿ ਉਸ ਵਕਤ ਪਾਰਟੀਸ਼ਨ ਦਾ ਸੰਤਾਪ ਸਾਰੇ ਇੱਕ ਇਕੱਲੇ ਪੰਜਾਬ 'ਚ ਹੀ ਨਹੀਂ, ਸਾਰੇ ਹਿੰਦੁਸਤਾਨ ਦੇ ਵਿੱਚ ਹੀ ਸੀ ਫੈਲਿਆ ਹੋਇਆ। ਅਤੇ ਸਾਡੇ ਸੰਗੀਤ ਪੱਧਰ ਜਿਹੜਾ ਮੈਨੂੰ ਕਿ ਉਸ ਵਕਤ ਸੂਝ ਨਹੀਂ ਸੀ, ਅਤੇ ਉਹ ਜ਼ਿਆਦਾਤਰ ਸੀਰੀਅਸ, ਗਮਗੀਨ, ਉਦਾਸੀ ਵਾਲੇ ਗਾਣੇ ਜਿਹੜੇ ਉਸ ਵਕਤ ਸਾਡੇ ਲੋਕ ਗੀਤਾਂ ਦੇ ਵਿੱਚ ਵੀ ਉਹ ਉਭਾਰ ਦੇਖਣ ਨੂੰ, ਸੁਣਨ ਨੂੰ ਮਿਲਦਾ। ਅਤੇ ਇਹੀ ਇਫੈਕਟ ਹੈ ਜਿਹੜਾ ਫਿਲਮੀ ਸੰਗੀਤ ਦੇ ਉੱਤੇ ਵੀ ਪਿਆ। ਪਰ ਉਹ ਜਿਹੜਾ ਗਮਗੀਨ ਸੰਗੀਤ ਸੀ, ਪਰ ਉਹ ਬੜਾ ਮਿੱਠਾ ਸੰਗੀਤ ਸੀਗਾ। ਕਿਉਂਕਿ ਉਹ ਮੈਨੂੰ ਬਾਅਦ 'ਚ ਇੱਕ ਗੀਤ ਬੜਾ ਮੈਨੂੰ ਅੱਛਾ ਕਿਹਾ ਕਿ ਬਿਲਕੁਲ ਇਹਦੀ ਤਰਜਮਾਨੀ ਸਹੀ ਕਰਦਾ ਕਿ ਹਰ ਹੈ ਸਭ ਸੇ ਮधुर वो गीत जिन्हें हम दर्द के सुर में गाते हैं, जब हद से गुजर जाती है खुशी आंसू भी छलकते आते हैं। तो वो बिल्कुल सही है। तो अजकल मैलोडी है जी बिल्कुल ख़त्म हो चुकी है। मैलोडी जी है मनां दे विच, तुहाडे दिल दे विच जाके छांदी है। तो जी बीट है प्रधान हो गई है। बीट है जी थोड़ी तुहाडा अंग अंग फरकदा है, लत्तां फरकदियां ने, नच्चण नूं जी करदा है। अगे बैठ के बड़े आराम नाल गीत संगीत है सुनिया जांदा सी। उहदी पोएट्री भी बड़ी ग्रेट हुंदी सी। जी जी जी। ਫਿਲਮਾਂ ਦਾ ਜਿਹੜਾ ਦੌਰ ਸੀਗਾ ਉਸ ਸਮੇਂ ਦਾ, ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸ਼ਾਇਦ ਜਦੋਂ ਪਾਰਟੀਸ਼ਨ ਹੋਈ ਆ, ਉਸੇ ਦੇ ਉੱਤੇ ਥੋੜ੍ਹੀਆਂ ਆਧਾਰਿਤ ਫਿਲਮਾਂ ਜਿਹੜੀਆਂ ਉਸ ਦੌਰ ਦੇ ਵਿੱਚ ਆਈਆਂ। ਹਾਂਜੀ ਹਾਂਜੀ, ਜਿਵੇਂ ਨਾਸਤਿਕ ਫਿਲਮ ਸੀ, ਇਹਦੇ 'ਤੇ ਬੇਸਡ ਫਿਲਮ ਸੀ। ਅਤੇ ਕੁਛ ਬਾਅਦ ਦੇ ਵਿੱਚ ਗਰਮ ਹਵਾ ਫਿਲਮ ਬਣੀ ਹੈ, ਉਹ ਵੀ ਇਹ 'ਤੇ ਬੇਸਡ ਸੀ। ਕੁਛ ਫਿਲਮਾਂ ਬਣੀਆਂ ਨੇ, ਪਰ ਮੋਸਟਲੀ ਫਿਲਮਾਂ ਦੇ ਵਿੱਚ ਜਿਹੜਾ ਸਾਡਾ ਬਚਪਨ ਦਾ ਦੌਰ ਗੁਜ਼ਰਿਆ, ਉਹ ਰਾਜੇ ਮਹਾਰਾਜਾ ਦੀਆਂ ਫਿਲਮਾਂ ਜ਼ਿਆਦਾ ਆਉਂਦੀਆਂ ਸੀਗੀਆਂ, ਜਿਹਦਾ ਗੀਤ ਸੰਗੀਤ ਆ ਜਿਹੜਾ ਬੜਾ ਮਿੱਠਾ ਸੰਗੀਤ ਹੁੰਦਾ ਸੀ। ਔਰ ਉਹਦੀ ਰਿਦਮ ਹੈ ਜਿਹੜੀ ਦਰਬਾਰੀ ਸੰਗੀਤ ਉਹਨਾਂ 'ਚ ਜ਼ਿਆਦਾ ਹੁੰਦੇ ਸੀ, ਜਿਹਦੇ ਵਿੱਚ ਜ਼ਿਆਦਾ ਗੀਤ ਆ ਜਿਹੜੇ ਬੜੇ ਮਨ ਨੂੰ ਸਕੂਨ ਦਿੰਦੇ ਸੀ ਉਹ ਸੁਣਨ ਨੂੰ। ਜੀ, ਉਸ ਸਮੇਂ ਜਿਹੜੇ ਗੀਤ ਗਾਉਂਦੇ ਸੀਗੇ, ਜਿਸ ਤਰ੍ਹਾਂ ਅੱਜ ਜਿਹੜੇ ਵੀ ਕਲਾਕਾਰ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਨਾਮ ਤੋਂ, ਉਦੋਂ ਲੋਕ ਨਾਮ ਤੋਂ ਜਾਣਦੇ ਸੀਗੇ ਕਿਸੇ ਨੂੰ ਇਸ ਤਰ੍ਹਾਂ? ਹਾਂਜੀ, ਜ਼ਿਆਦਾਤਰ ਤਾਂ ਸੁਰਿੰਦਰ ਪ੍ਰਕਾਸ਼ ਕੌਰ ਹੀ ਇਹ ਬਹੁਤ ਪਾਪੂਲਰ ਸੀ, ਕਿਉਂਕਿ ਇਹਨਾਂ ਦੀਆਂ ਦੋ ਭੈਣਾਂ ਦੂਜੀਆਂ ਵੀ ਨੇ, ਮਹਿੰਦਰ ਕੌਰ ਅਤੇ ਨਰਿੰਦਰ ਕੌਰ, ਜਿਹਨਾਂ ਕਿ ਨੂੰ ਅਤੇ ਬਹੁਤ ਉਹਨਾਂ ਨੇ ਕੋਈ ਚੰਦ ਇੱਕ ਗੀਤ ਗਾਏ ਹੋਣਗੇ, ਪਰ ਜ਼ਿਆਦਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਹੀ ਜ਼ਿਆਦਾ ਸੀ। ਔਰ ਲਾਲ ਚੰਦ ਯਮਲਾ ਜੱਟ ਵੀ ਕਾਫੀ ਉਸ ਵਕਤ ਮਸ਼ਹੂਰ ਸੀ। ਹਾਂਜੀ, ਇੱਕ ਵਾਰੀ ਮੈਂ ਮਾਂ ਬਾਪ 'ਤੇ ਗੱਲ ਲੈ ਕੇ ਆਉਣਾ ਹੈਗਾ। ਮਾਂ ਜਦੋਂ ਉਹਦਾ ਬੁਢਾਪਾ ਆਇਆ, ਮਾਂ ਦਾ, ਪਿਤਾ ਜੀ ਦਾ ਬੁਢਾਪਾ ਆਇਆ, ਉਸ ਸਮੇਂ ਕਦੇ ਮਾਂ ਨੂੰ ਆਪਣੀਆਂ ਉਹ ਬਚਪਨ ਦੀਆਂ ਸਹੇਲੀਆਂ ਜਿਹੜੀਆਂ ਉੱਧਰਲੇ ਸਾਂਝੇ ਪੰਜਾਬ ਵਿੱਚ ਸੀਗੀਆਂ, ਜਾਂ ਪਿਤਾ ਜੀ ਨੂੰ ਆਪਣੇ ਬਚਪਨ ਦੇ ਦੋਸਤ ਯਾਦ ਆਏ, ਕਦੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਉਹਨਾਂ ਨੇ ਯਾਦਾਂ ਸਾਂਝੀਆਂ ਕੀਤੀਆਂ? ਨਹੀਂ, ਇਹ ਮੌਕਾ ਮੈਨੂੰ ਨਹੀਂ ਮਿਲਿਆ ਜੀ ਉਹਨਾਂ ਨਾਲ ਸਾਂਝੀਆਂ ਕਰਨ ਦਾ। ਅਤੇ ਕਿਉਂਕਿ ਤਾਇਨਾਤੀ ਜਿਹੜੀ ਹੈ ਨਾ, ਇਹ ਬੰਗਲੇ ਮੋਸਟਲੀ ਜੰਗਲਾਂ ਦੇ ਵਿੱਚ ਹੁੰਦੇ ਸੀ, ਲਿਮਟਿਡ ਫੈਮਿਲੀ ਸੀਗੀਆਂ, ਅਤੇ ਉਹ ਕੰਮ ਦੇ ਵਿੱਚ ਮਸਰੂਫ ਰਹਿੰਦੇ ਸੀ ਹਰ ਕੋਈ। ਅਤੇ ਇਹਦੇ ਬਾਰੇ ਮੈਨੂੰ ਉਹਨਾਂ ਦਾ ਕੋਈ ਦੋਸਤ ਹੋਵੇ, ਹਾਂ ਫੈਮਿਲੀ ਟਾਈਪ ਦੇ ਕੋਈ ਲੈਟਰਸ ਵਗੈਰਾ ਇੱਕ ਦੂਜੇ ਨੂੰ ਜ਼ਰੂਰ ਆਉਂਦੀਆਂ ਸੀਗੀਆਂ, ਜਿਹੜਾ ਕਿ ਬਾਰੇ ਮੈਨੂੰ ਕੋਈ ਬਹੁਤਾ ਇਲਮ ਨਹੀਂ ਹੈਗਾ। ਅਤੇ ਉਹਨਾਂ ਦੇ ਆਪਸੀ ਪਰਸਨਲ ਕੋਈ ਫਰੈਂਡਸ਼ਿਪ ਹੋਵੇ ਪਿਤਾ ਜੀ ਦੀ, ਮੈਨੂੰ ਨਹੀਂ ਪਤਾ ਹੈ ਇਹਦੇ ਬਾਰੇ। ਇੱਕ ਪੰਜਾਬ ਜਿਹੜਾ ਤੁਸੀਂ ਬਚਪਨ ਦੇ ਵਿੱਚ ਵੇਖਿਆ, ਜਦੋਂ ਤੁਸੀਂ ਉੱਧਰੋਂ ਇੱਧਰ ਆਉਣਾ ਪਿਆ, ਫਿਰ ਉਹ ਪੰਜਾਬ ਜਿਹੜਾ ਇੱਧਰ ਆ ਕੇ ਫਿਰ ਮੁੜ ਦੁਬਾਰਾ ਉਹ ਲੋਕ ਜਿਹੜੇ ਉੱਧਰੋਂ ਉੱਠ ਕੇ ਆਏ ਉਹਨਾਂ ਨਾਲ ਵੱਸਦਾ ਵੇਖਿਆ। ਤੀਜਾ ਪੰਜਾਬ 1 ਨਵੰਬਰ 1966 ਨੂੰ ਫਿਰ ਇਸ ਪੰਜਾਬ ਦੀ ਵੰਡ ਹੁੰਦੀ ਵੇਖੀ। ਉਸ ਤੋਂ ਬਾਅਦ ਅੱਜ ਦਾ ਪੰਜਾਬ ਜਿਹੜਾ ਹੈਗਾ ਵਿਰਾਸਤ ਪੱਖੋਂ ਔਰ ਸੱਭਿਆਚਾਰ ਪੱਖੋਂ ਬਦਲਦਾ ਦੇਖਿਆ। ਇਹਨਾਂ ਸਾਰੇ ਪੜਾਵਾਂ ਵਿੱਚੋਂ ਲੰਘਦਿਆਂ ਤੁਸੀਂ ਆਪਦੇ ਅੱਖੀਂ ਇਹ ਦੌਰ ਦੇਖਿਆ ਹੈਗਾ।
ਕੀ ਕਹਿਣਾ ਚਾਹੋਗੇ ਤੇ ਦਰਸ਼ਕ ਜਿਹੜੇ ਸਾਡੇ ਦੁਨੀਆ 'ਚ ਤੁਹਾਨੂੰ ਦੇਖ ਰਹੇ ਹੈਗੇ ਆ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ? ਦੇਖੋ ਸੰਨ 47 ਦੇ ਵਿੱਚ ਜਦੋਂ ਪਾਰਟੀਸ਼ਨ ਹੋਈ ਆ ਉਸ ਵੇਲੇ ਲੋਕਾਂ ਦੇ ਵਿੱਚ ਜਿਹੜੇ ਇੱਧਰ ਆਏ ਨਾ ਬੜਾ ਪਿਆਰ ਸੀਗਾ ਜੀ ਬਹੁਤ ਮਿਲਾਪ ਸੀਗਾ ਜੀ ਤੇ ਈਵਨ ਮੈਂ ਤੇ ਦੇਖਿਆ ਜਦੋਂ ਕਿਸੇ ਘਲਾੜੀ ਚੱਲਦੀ ਸੀ ਤੇ ਰਾਹ ਜਾਂਦੇ ਰਾਹੀ ਨੂੰ ਅਣਜਾਣੇ ਰਾਹੀ ਨੂੰ ਵੀ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਆ ਜਾ ਭਾਈ ਗੁੜ ਖਾ ਜਾ ਆ ਜਾ ਭਾਈ ਰੋ ਪੀ ਜਾ। ਫਿਰ ਸਮਾਂ ਉਹ ਵੀ ਆਇਆ ਜਦੋਂ ਕਿ ਪਿੰਡ ਦੇ ਬੱਚੇ ਜਾ ਕੇ ਉੱਥੇ ਗੁੜ ਖਾਣ ਜਾਂਦੇ ਸੀ ਉਸ ਵੇਲੇ ਭਜਾ ਦਿੰਦੇ ਸੀ ਓਏ ਭੱਜ ਜਾ ਇੱਥੋਂ ਤੂੰ ਇੱਕ ਵਾਰੀ ਗੁੜ ਖਾ ਗਿਆ ਤੂੰ ਦੁਬਾਰਾ ਫਿਰ ਕਿਉਂ ਆਇਆ। ਤੇ ਇਹ ਵੀ ਉਹ ਸਮੇਂ ਦੇ ਹਿਸਾਬ ਨਾਲ ਟਾਈਮ ਆ ਜਿਹੜਾ ਚੇਂਜ ਹੁੰਦਾ ਗਿਆ ਤੇ ਜਿਹੜਾ 66 ਦਾ ਦੌਰ ਗੁਜ਼ਰਿਆ ਉਸ ਤੋਂ ਬਾਅਦ ਜਿਹੜਾ ਮੁਹੱਬਤ ਘਟ ਗਈ। ਉਸ ਤੋਂ ਬਾਅਦ ਜਿਹੜਾ ਬਾਅਦ ਦਾ ਦੌਰ ਚੱਲਿਆ ਉਹ ਤੇ ਹੋਰ ਮੁਹੱਬਤ ਘਟ ਗਈ। ਦੁਨੀਆ ਜਿਹੜੀ ਹੈ ਖੁਦਗਰਜ਼ ਹੋ ਗਈ ਸਿਰਫ ਆਪਣੇ ਤੱਕ ਮਹਿਦੂਦ ਹੋ ਗਈ ਕਿ ਮੈਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸਰਵਾਈਵ ਕਰਨਾ ਜਾਂ ਮੈਂ ਕਿਸ ਤਰੀਕੇ ਨਾਲ ਕਿਸੇ ਨੂੰ ਧੋਖਾ ਦੇਣਾ ਕਿਸ ਤਰੀਕੇ ਨਾਲ ਮੈਂ ਦੂਜਿਆਂ ਤੋਂ ਉੱਪਰ ਉੱਠਣਾ ਹੈ। ਉਹ ਸਭ ਕੁਛ ਹੈ ਜਿਹੜਾ ਉਹ ਬਾਅਦ ਦੇ ਵਿੱਚ ਸਮੇਂ ਤੇ ਸਭ ਕੁਛ ਟਾਈਮ ਬਦਲਦਾ ਗਿਆ। ਜੀ ਬਿਲਕੁਲ ਜੀ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸਮਾਂ ਵੀ ਅਸੀਂ ਦੇਖਣਾ ਹੈਗਾ ਤਾਂ ਜੀ ਕਰਦਾ ਸੀ ਹੋਰ ਢੇਰ ਸਾਰੀਆਂ ਗੱਲਾਂ ਕਰੀਏ ਔਰ ਪੂਰੇ ਉਸ ਸਮੇਂ ਦੇ ਹਾਲਾਤਾਂ ਨੂੰ ਹੋਰ ਵੀ ਅਸੀਂ ਜਾਣੀਏ। ਇਹ ਸਨ ਸਰਦਾਰ ਬਲਕੀਤ ਸਿੰਘ ਜਪੇਸੀ ਜਿਨ੍ਹਾਂ ਦੇ ਨਾਲ ਅਸੀਂ ਅੱਜ ਯਾਦਾਂ ਸਾਂਝੀਆਂ ਕੀਤੀਆਂ ਪ੍ਰੋਗਰਾਮ ਮੇਰੀਆਂ ਯਾਦਾਂ ਦੇ ਵਿੱਚ। ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਪ੍ਰੋਗਰਾਮ? ਇਸ ਬਾਰੇ ਜ਼ਰੂਰ ਸਾਨੂੰ ਤੁਸੀਂ ਲਿਖਿਆ ਕਰੋ, ਈਮੇਲ ਭੇਜਿਆ ਕਰੋ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਅਸੀਂ ਇਹਨੂੰ ਕੀ ਸੁਧਾਰ ਕਰੀਏ ਇਸ ਬਾਰੇ ਵੀ ਸਾਨੂੰ ਤੁਸੀਂ ਜ਼ਰੂਰ ਲਿਖ ਕੇ ਭੇਜਿਆ ਕਰੋ। ਅਗਲੀ ਵਾਰੀ ਫੇਰ ਕਿਸੇ ਹੋਰ ਸ਼ਖਸੀਅਤ ਨਾਲ ਅਸੀਂ ਮੇਰੀਆਂ ਯਾਦਾਂ ਦੇ ਵਿੱਚ ਤੁਹਾਨੂੰ ਰੂਬਰੂ ਕਰਾਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।